सुनो बेनंतिया स्वामी मेरे राम, कोट पराध परे पी तेरे चेरे राम। कोट पराध हमारे खंडो, अनक विधि समझाव। हम अज्ञान अलप मत थोरी, तुम आपन बिरद रखाव। तुम्हारी शरण तुम्हारी आशा, तुम ही सजन सुहेले। राखो राखन हार दयाला, नानक घर के गोले। राखो राखन हार दयाला, नानक घर के गोले। सन्मान सत्कारयोग गुरु सवारी गुरु प्यारी, गुरु का रूप स्वरूप खालसा साध संगत जीओ। बड़भागी हो, साहिब नसीब हो, उत्तम कर्मा वाले हो, जो साहिब दाते धन धन श्री गुरु तेग बहादुर साहिब सच्चे पातशाह महाराज जी दे लासानी अदुੱਤੀ बख्शिशां बरकतां रहमतां लबरेज पावन शहीदी अस्थान गुरुद्वारा सीसगंज साहिब विखे परम पिता दयालु कृपालु जी ज्ञान दे मुजस्मे साहिब गुरु ग्रंथ साहिब पातशाह जी दी पावन हजूरी विच अमृत वेले तो गुरु शब्द दा रस माण के अपनियां प्यासियां रूहां नूं तृप्त करके गुरु दे होर नेड़े होण दा यतन कर रहे हो। लड़ीवार चल रही गुरबाणी दी पावन कथा च अज दा महिमामई पावन फरमान आप जी ने सन्मान सत्कारयोग भाई साहिब भाई सुरिंदर सिंह जी सतगुरां दे पावन दरबार दे ग्रंथी साहिबान तिन्हां पासों बड़े सुंदर अंदाज अते मिठी आवाज़ विच सरवण कीता है। सतगुरां दी रहस्यमई महिमामई ज्ञान नाल प्यार नाल सुखा नाल लबालब भरपूर इस पावन बाणी दी विचार सतगुरु जी अपना रहमता भरिया सीस ते हथ रख के करवा लैन। आप जी दी आसीस प्राप्त होवे इसलिए दस्त बस्ता गुजारिश है जी। सारे करो कृपा। वाहिगुरु जी का खालसा वाहिगुरु जी की फतेह। सतगुरां ने महान कृपा कीती है। सानू सतगुरु जी ने नाम बख्शिया सिख ते गुरु कोल आके असी ता जिंदगी सिखना है। गुरमिल चज अचार सिख तुझ कदे ना लगे दुख। हर रोज गुरु कोल बैठ के ये बिल्कुल बड़ा सुखैन तरीका है। जिस तरह साढ़े अपने परिवारों विच भावें अज नहीं पुराने समय च ये रिवायत रही है कि छोटे बच्चों नूं अपने बुजुर्गों के कोल बिठाया जाता सी। छोटे बच्चे बुजुर्गों के कोल बैठना बड़ा पसंद करते सी।
ਬਜ਼ੁਰਗ ਉਹਨਾਂ ਨੂੰ ਸਾਖੀਆਂ ਸੁਣਾਉਂਦੇ ਸਨ, ਕਹਾਣੀਆਂ ਸੁਣਾਉਂਦੇ ਸਨ ਤੇ ਪਰਿਵਾਰ ਦੇ ਜੀਆਂ ਦਾ ਜਾਂ ਹਰ ਇੱਕ ਦਾਨੀ ਪ੍ਰਦਾਨੀ ਸਿਆਣੇ ਬੰਦੇ ਦਾ ਇਹ ਯਤਨ ਹੁੰਦਾ ਸੀ ਕਿ ਬੱਚਾ ਬਜ਼ੁਰਗਾਂ ਕੋਲ ਬੈਠੇ। ਉਹਦਾ ਕਾਰਨ ਕੀ ਹੈ ਕਿ ਜੇ ਉਹ ਬਜ਼ੁਰਗਾਂ ਕੋਲ ਬੈਠੇਗਾ, ਉਹਨਾਂ ਕੋਲ ਬੈਠ ਕੇ ਉਹਨੂੰ ਸਮਝ ਆਏਗੀ, ਬੱਚਿਆਂ ਨੂੰ ਅਕਲ ਆਏਗੀ। ਬਜ਼ੁਰਗ ਦੀ, ਬਾਪੂ ਦੀ ਆਪਣੀ ਉਮਰ ਦਾ ਬੜਾ ਤਜਰਬਾ ਹੈ। ਉਹ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਹੈ, ਆਪਣੇ ਤਜਰਬੇ ਦੇ ਹਿਸਾਬ ਨਾਲ ਬੱਚਿਆਂ ਨੂੰ ਦੱਸਦਾ, ਸਿਖਾਉਂਦਾ ਹੈ। ਜੋ ਕੁਝ ਬਾਪੂ ਕਈ ਸਾਲ ਪਹਿਲਾਂ ਵੇਖ ਚੁੱਕਾ ਹੈ, ਹੰਢਾ ਚੁੱਕਾ ਹੈ, ਚੰਗੇ ਤੇ ਮਾੜੇ ਦਾ ਉਹਨੂੰ ਜੋ ਗਿਆਨ ਹੈ, ਉਹ ਬੱਚਿਆਂ 'ਚ ਵੰਡਦਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਰਾਹ ਸੁਖਾਲਾ ਹੋਵੇ। ਇਸੇ ਤਰ੍ਹਾਂ ਦਾ ਹੀ ਅਸੌਖਾ ਜਿਹਾ ਤਰੀਕਾ ਹੈ ਵੀ ਆਪਾਂ ਗੁਰੂ ਕੋਲ ਆ ਕੇ, ਆਪਣੇ ਬਾਪੂ ਕੋਲ ਬੈਠ ਕੇ, ਜੋ ਸਾਨੂੰ ਨਹੀਂ ਸਮਝ, ਜੋ ਸਾਨੂੰ ਨਹੀਂ ਪਤਾ, ਸਾਡੀ ਅਗਲੀ ਜ਼ਿੰਦਗੀ ਦਾ ਨਹੀਂ ਪਤਾ, ਮਰਨ ਤੋਂ ਬਾਅਦ ਪਰਲੋਕ ਦਾ ਨਹੀਂ ਪਤਾ, ਮੇਰੇ ਗੁਰੂ ਨੂੰ ਪਤਾ ਹੈ, ਮੇਰੇ ਬਾਪੂ ਨੂੰ ਪਤਾ ਹੈ। ਤੇ ਬਾਪੂ ਕੋਲੋਂ ਅਸੀਂ ਇਹ ਗੁਣ ਸਿੱਖਣ ਵਾਸਤੇ ਕਿ ਮੇਰੀ ਜ਼ਿੰਦਗੀ ਕਿਵੇਂ ਸਹਿਜ ਵਿੱਚ ਹੋਵੇ, ਸੁਖਾਲੀ ਕਿਵੇਂ ਹੋਵੇ, ਖੇੜਾ ਕਿਵੇਂ ਆਵੇ ਜ਼ਿੰਦਗੀ 'ਚ, ਰਹੱਸ ਕਿਵੇਂ ਹੋਵੇ, ਇਹ ਗੁਣ ਗੁਰੂ ਕੋਲੋਂ ਸਿੱਖਣ ਲਈ ਆਪਾਂ ਜੁੜਦੇ ਹਾਂ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਤਜਰਬਾ 10 ਗੁਰੂ ਸਾਹਿਬਾਨਾਂ ਦੇ ਜੀਵਨ 'ਚੋਂ, ਗੁਰੂ ਨਾਨਕ ਪਾਤਸ਼ਾਹ ਜੀ ਤੇ ਆਪ ਅਵਤਾਰ ਸਮੇਂ ਤੋਂ ਗੁਰੂ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਨਹੀਂ ਮਨਾਇਆ ਜਾਂਦਾ ਕਦੀ, ਅਵਤਾਰ ਤੋਂ ਗੁਰੂ ਨੇ। ਕੁਝ ਸਮਾਂ ਜ਼ਿੰਦਗੀ 'ਚ ਭਟਕਣਾ ਬਾਬਾ ਲਹਿਣਾ ਜੀ ਦੇ ਜੀਵਨ ਵਿੱਚ ਵੀ ਰਹੀ, ਕਿਉਂਕਿ ਜਨਮ ਤੋਂ ਗੁਰੂ ਨਹੀਂ ਮਿਲਿਆ, ਪਰਿਵਾਰ 'ਚੋਂ ਸਿੱਖੀ ਨਹੀਂ ਮਿਲੀ। ਤੇ ਜ਼ਿੰਦਗੀ ਦੇ 60 ਸਾਲ ਬਾਬਾ ਅਮਰਦਾਸ ਜੀ ਦੇ ਭਟਕਣਾ 'ਚ ਗੁਜ਼ਰੇ। ਪਰਿਵਾਰ 'ਚ ਸਿੱਖੀ ਨਹੀਂ ਸੀ, ਜਨਮ ਤੋਂ ਸਿੱਖੀ ਦਾ ਮਾਹੌਲ ਨਹੀਂ ਸੀ ਮਿਲਿਆ। ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਬਚਪਨ ਦਾ ਉਹ ਵੀ ਇਸੇ ਤਰ੍ਹਾਂ, ਪਰਿਵਾਰ 'ਚ ਸਿੱਖੀ ਨਹੀਂ, ਜਨਮ ਤੋਂ ਸਿੱਖੀ ਨਹੀਂ ਮਿਲੀ। ਜਨਮ ਤੋਂ ਸਿੱਖੀ ਦਾ ਮਾਹੌਲ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮਿਲਿਆ। ਤਾਂ ਹੀ ਤੇ ਬਚਨ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਿਹੜੇ ਜਨਮ ਤੋਂ ਹੀ ਨਾਨੇ ਗੁਰੂ ਦੀ ਗੋਦ ਵਿੱਚ ਆ ਗਏ ਤੇ ਸਿੱਖੀ ਦਾ ਮਾਹੌਲ ਮਿਲਿਆ, ਗੁਰੂ ਦੀ ਮੱਤ ਮਿਲ ਗਈ। ਪਹਿਲੇ ਗੁਰੂ ਸਾਹਿਬ, ਦੂਜੇ, ਤੀਜੇ ਤੇ ਚੌਥੇ, ਇਹਨਾਂ ਦੇ ਜੀਵਨ ਵਿੱਚ ਗੁਰੂ ਦੇ ਕੋਲ ਆਉਣ ਤੋਂ ਪਹਿਲਾਂ ਜੀਵਨ ਦਾ ਪੱਖ ਕੁਝ ਹੋਰ ਤਰ੍ਹਾਂ ਦਾ ਰਿਹਾ। ਉਹਦੇ 'ਚ ਸਭ ਤੋਂ ਜ਼ਿਆਦਾ ਇਹ ਸੰਤਾਪ ਸ੍ਰੀ ਗੁਰੂ ਅਮਰਦਾਸ ਜੀ ਨੇ ਹੰਢਾਇਆ ਹੈ। 60 ਸਾਲ ਕਿਸੇ ਬੰਦੇ ਦਾ ਇੱਕ ਦਿਨ ਬਿਰਥ ਚਲੇ ਜਾਏ, ਕਿਤੇ ਆਪਾਂ ਕੰਮ ਜਾਂਦੇ ਹਾਂ, ਕੰਮ ਨਾ ਬਣੇ, ਸ਼ਾਮ ਨੂੰ ਮੁੜ ਕੇ ਆਈਏ, ਚਿਹਰਾ ਉਤਰਿਆ ਹੁੰਦਾ, ਉਦਾਸੀ ਹੁੰਦੀ ਹੈ। ਸਾਰਾ ਦਿਨ ਅੱਜ ਐਵੇਂ ਗਿਆ, ਬਿਰਥ ਗਿਆ। ਜਿਸ ਦੇ ਕਾਰਨ ਬਿਰਥ ਗਿਆ ਹੋਵੇ ਉਹਨੂੰ ਕੋਸਦੇ ਆ, ਉਹਦੇ ਨਾਲ ਲੜਦੇ ਆ ਸਾਰਾ ਦਿਨ, ਤੇਰੇ ਕਰਕੇ ਮੇਰਾ ਖਰਾਬ ਗਿਆ। ਤੇ ਜਿਹਦੇ 60 ਸਾਲ ਚਲੇ ਜਾਣ, ਕਿੱਡਾ ਵੱਡਾ ਸੰਤਾਪ ਹੋਏਗਾ। ਫਿਰ ਜਾ ਕੇ ਗੁਰੂ ਕੀ ਸੰਗਤ ਪ੍ਰਾਪਤ ਹੋਈ। ਤੇ ਫਿਰ ਇਹ ਵੀ ਨਹੀਂ ਵੀ ਜਾਂਦਿਆਂ ਹੀ ਸਭ ਕੁਝ ਪ੍ਰਾਪਤ ਹੋ ਗਿਆ, ਬੜੀ ਮਸ਼ੱਕਤ ਘਾਲਣੀ ਪਈ। ਇੱਕ ਤਾਂ ਗੁਰੂ ਘਰ ਦੀ ਬਿਖਮ ਗਾਖੜੀ ਕਾਰ, ਗੁਰੂ ਦੇ ਹੁਕਮ 'ਚ ਸੇਵਾ ਕਰਨੀ ਉਹ ਔਖੀ, ਔਰ ਉਹਦੇ ਤੋਂ ਔਖਾ ਕੰਮ ਵਡੇਰੀ ਉਮਰ ਦੇ ਵਿੱਚ ਸੇਵਾ ਕਰਨੀ ਸਰੀਰਕ ਤੌਰ ਤੇ ਔਖੀ ਸੀ। ਗਾਗਰ ਢੋਣੀ, ਹੋਰ ਸੇਵਾਵਾਂ ਕਰਨੀਆਂ ਠੀਕ ਹੈ, ਔਖੀ ਸੀ, ਪਰ ਉਹਦੇ ਨਾਲੋਂ ਔਖਾ ਕੰਮ ਸੀ ਦੁਨੀਆਦਾਰੀ, ਲੋਕ ਲੱਜ। ਇਹ ਕੁੜਮਾਂ ਦੇ ਚਲਾ ਗਿਆ, ਕੁੜਮਾਂ ਦਾ ਪਾਣੀ ਢੋਂਦਾ, ਕੀ ਲੋਕਾਂ ਨੇ ਨਹੀਂ ਬੋਲਿਆ।
ਕੀ ਕੁਝ ਝੱਲਿਆ ਸਤਿਗੁਰਾਂ ਨੇ। ਫਿਰ ਉਹਨਾਂ ਦਾ ਜੋ ਤਜਰਬਾ ਹੈ ਵੀ ਮੈਂ ਆਪਣੇ ਜੀਵਨ ਵਿੱਚ ਗੁਰੂ ਕੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਕੀ ਖਟਿਆ, ਗੁਰੂ ਤੋਂ ਬਿਨਾਂ ਜੀਵਨ ਕਿਸ ਤਰ੍ਹਾਂ ਵਿਅਰਥ ਹੈ। ਜਿਵੇਂ ਪਲਾਸਟਿਕ ਦਾ ਫੁੱਲ, ਕਾਗਜ਼ ਦਾ ਫੁੱਲ ਸੁਗੰਧੀ ਤੋਂ, ਖੁਸ਼ਬੂ ਤੋਂ ਹੀਣਾ ਹੈ, ਸੋਹਣਾ ਬਹੁਤ ਲੱਗੇਗਾ, ਚਮਕ ਦਮਕ ਬੜੀ ਹੋਏਗੀ, ਪਰ ਸੁਗੰਧੀ ਤੋਂ ਹੀਣਾ ਹੈ। ਗੁਰੂ ਦੇ ਸ਼ਬਦ ਤੋਂ ਹੀਣੀ ਜ਼ਿੰਦਗੀ, ਬਾਹਰੀ ਚਮਕ ਦਮਕ ਬਹੁਤ ਹੋ ਸਕਦੀ ਹੈ, ਦਿਖਾਵਾ ਬੜਾ ਹੋ ਸਕਦਾ, ਪਰ ਸਹਿਜ, ਪਿਆਰ, ਨਿਮਰਤਾ, ਹਲੇਮੀ, ਸੱਤ, ਸੰਤੋਖ, ਦਇਆ, ਧਰਮ, ਇਹਨਾਂ ਸ਼ੁਭ ਗੁਣਾ ਰੂਪ ਖੁਸ਼ਬੂ ਤੋਂ ਉਹ ਜ਼ਿੰਦਗੀ ਹੀਣੀ ਹੁੰਦੀ ਹੈ, ਸਖਣੀ ਹੁੰਦੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ। ਸੰਸਾਰ ਦੀ ਝੋਲੀ 'ਚ ਮਹਾਰਾਜ ਜੀ ਨੇ ਮਹਿਮਾਮਈ ਇਹ ਬੋਲ ਪਾਏ, ਜਿਹਨੂੰ ਸੁਣ ਕੇ, ਸਮਝ ਕੇ, ਵਿਚਾਰ ਕੇ ਹਰ ਇੱਕ ਮਨੁੱਖ ਗੁਰੂ ਦੇ ਹੋਰ ਨੇੜੇ ਹੋ ਸਕਦਾ ਹੈ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ, 4 ਪਦੇ ਸ਼ਬਦ ਆਪ ਜੀ ਨੇ ਪਿੱਛੇ ਵਿਚਾਰੇ, ਆਪ ਜੀ ਨੇ ਸਰਵਣ ਕੀਤੇ। ਤੇ ਸ਼ਬਦ ਦੇ ਅਗਲੇ 4 ਪਦੇ ਗੌੜੀ ਰਾਗ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਤੂੰ ਕਰਤਾ, ਤੂੰ ਕਰਤਾ, ਮੈਂ ਅਵਰ ਨਾ ਕੋਈ। ਇੰਨਾ ਹੀ ਨੁਕਤਾ ਜਿਹੜਾ ਨਾ ਗੁਰੂ ਦੇ ਸਿੱਖ ਦੀ ਜ਼ਿੰਦਗੀ ਨੂੰ ਸਵਾਰ ਦੇਗਾ, ਇੰਨਾ ਨੁਕਤਾ ਹੀ। ਪੜ੍ਹੀਏ ਨਾ ਹੀ ਭੇਦ, ਬੁੱਝੀਏ ਪਾਵਣਾ। ਗੁਰਮਤਿ ਦਾ ਸਿਧਾਂਤ ਇਹ ਨਹੀਂ ਵੀ ਬਹੁਤੇ ਰੱਟੇ ਪਿੱਟੇ ਲਾਈ ਜਾਓ ਤੇ ਬੜਾ ਕੁਝ ਮਿਲੇਗਾ। ਪ੍ਰਾਪਤ ਕਰ ਲਓ, ਵਿੱਚੋਂ ਕੱਢ ਲਓ ਕੁਝ ਗੁਣ ਤੇ ਉਹਨੂੰ ਜੀਵਨ 'ਚ ਢਾਲ ਲਓ, ਉੱਤੇ ਅਮਲ ਕਰ ਲਓ ਤੇ ਬਣ ਗਈ ਖੇਡ ਉਦੋਂ। ਤੂੰ ਕਰਤਾ, ਮੈਂ ਅਵਰ ਨਾ ਕੋਈ। ਸਾਰੀ ਸਮੱਸਿਆ ਇਸੇ 'ਚ ਹੱਲ ਹੋ ਜਾਏਗੀ। ਜਿਹੜਾ ਮੇਰੇ ਮਾਲਕ ਕੋਲ ਆ ਕੇ ਗੁਰਬਾਣੀ ਸੁਣਦਾ, ਵਿਚਾਰਦਾ, ਸਮਝਦਾ ਗਿਆ, ਉਹਦੇ ਜੀਵਨ ਵਿੱਚ ਤਬਦੀਲੀ ਆ ਗਈ। ਤਬਦੀਲੀ ਬੜੀ ਜ਼ਰੂਰੀ ਹੈ, ਲਾਜ਼ਮੀ ਹੈ। ਤਬਦੀਲੀ ਲਈ ਹੀ ਸਿੱਖ ਗੁਰੂ ਕੋਲ ਆਉਂਦਾ ਹੈ। ਤਬਦੀਲੀ ਲਈ ਹੀ ਰੋਗੀ ਵੈਦ ਕੋਲ ਜਾਂਦਾ ਹੈ। ਤਬਦੀਲੀ ਵਾਸਤੇ ਹੀ ਵਿਦਿਆਰਥੀ ਮਾਸਟਰ ਕੋਲ, ਟੀਚਰ ਕੋਲ ਜਾਂਦਾ ਹੈ। 10 ਸਾਲ ਹੋ ਜਾਣ ਵੈਦ ਕੋਲ ਜਾਂਦਿਆਂ ਤੇ ਤਬਦੀਲੀ ਨਾ ਹੋਵੇ, ਰੋਗ ਦੂਰ ਹੀ ਨਾ ਹੋਇਆ ਹੋਵੇ। 10 ਸਾਲ ਹੋ ਜਾਣ ਕਿਸੇ ਵਿਦਿਆਰਥੀ ਨੂੰ ਮਾਸਟਰ ਕੋਲ, ਟੀਚਰ ਕੋਲ ਜਾਂਦਿਆਂ ਤੇ ਤਬਦੀਲੀ ਨਾ ਆਈ ਹੋਵੇ। ਇਹ ਕਿਵੇਂ ਹੋ ਸਕਦਾ ਹੈ? ਚਾਹੀਦੀ ਹੈ ਨਾ ਤਬਦੀਲੀ। ਤੇ ਸਿੱਖ ਨੂੰ ਸਾਲਾਂ ਗੁਜ਼ਰ ਜਾਣ, ਦਹਾਕੇ ਗੁਜ਼ਰ ਜਾਣ ਗੁਰੂ ਕੋਲ ਆਉਂਦਿਆਂ ਤੇ ਤਬਦੀਲੀ ਨਾ ਆਈ ਹੋਵੇ, ਫਿਰ ਤੇ ਕਿਤੇ ਨਾ ਕਿਤੇ ਆਪਣੀ ਘਾਟ ਹੈ ਨਾ। ਥੋੜ੍ਹਾ ਜਿਹਾ ਆਪਾਂ ਨੂੰ ਇਹ ਵਿਚਾਰਨਾ ਪਏਗਾ ਆਪਣੇ ਆਪ ਵੱਲ। ਕਈ ਵਾਰ ਵੇਖ ਕੇ ਨਾ ਗੁਰੂ ਕੋਲ ਆਉਂਦਿਆਂ 15 ਸਾਲ ਹੋ ਗਏ, 20 ਸਾਲ ਹੋ ਗਏ, ਤੇ ਦੁੱਖ ਲੱਗਦਾ ਵੇਖ ਕੇ ਵੀ ਅਜੇ ਤੱਕ ਕੁਝ ਖਟਿਆ ਨਹੀਂ, ਅਜੇ ਤੱਕ ਕੁਝ ਵੀ ਨਹੀਂ ਖਟਿਆ। ਜਿਸ ਘਰ ਵਿੱਚ ਮੈਂ ਨੂੰ, ਮੇਰੀ ਨੂੰ, ਆਪਣੇ ਆਪ ਨੂੰ ਗਵਾਉਣ ਵਾਸਤੇ ਆਉਣਾ ਸੀ, ਗਵਾਉਣ ਲਈ, ਇੱਥੇ ਆ ਕੇ ਮੈਂ ਮੇਰੀ ਹੋਰ ਵਧਾ ਲਈ, ਹੋਰ ਵਧਾ ਲਈ। ਮੱਲ ਕੀ ਲਿਆ, ਇੱਥੇ ਪ੍ਰਾਪਤ ਕੀ ਕੀਤਾ? ਇੱਥੇ ਜਗ੍ਹਾ ਮੱਲੀ ਹੈ ਵੀ ਇੰਨੇ ਸਾਲਾਂ ਤੋਂ ਮੇਰੀ ਗੱਡੀ ਇੱਥੇ ਹੀ ਪਾਰਕ ਹੁੰਦੀ, ਇੱਥੇ ਹੀ ਕਰਾਂਗਾ। ਇਹ ਮੱਲਿਆ ਇੰਨੇ ਸਾਲਾਂ 'ਚੋਂ। ਮੇਰੇ ਬੈਠਣ ਦੀ ਥਾਂ ਆ ਹੈ, ਮੈਂ ਇੱਥੇ ਹੀ ਬਹਿਣਾ, ਇਹ ਮੱਲਿਆ। ਕੋਈ ਬਹੁਤੀ ਪ੍ਰਾਪਤੀ ਨਹੀਂ ਜੇ ਤਬਦੀਲੀ ਨਾ ਆਈ ਤੇ। ਇਹ ਤਾਂ ਕੋਈ ਵੀ ਗੱਲਾਂ ਨਹੀਂ ਜਿਹੜੀਆਂ ਆਪਾਂ ਫੜ ਕੇ ਤੁਰੇ ਆਏ, ਤੇ ਕੁਝ ਵੀ ਗੱਲਾਂ ਨਹੀਂ। ਇਹ ਕਹਾਣੀ ਤੇ ਉਸ ਤੋਂ ਪਰੇ ਦੀ ਹੈ। ਤਬਦੀਲੀ ਆਉਂਦਿਆਂ ਇਸ ਮੁਕਾਮ ਤੇ ਜੀਵਨ ਠਹਿਰ ਗਿਆ, ਰੁਕ ਗਿਆ। ਔਰ ਅੰਦਰੋਂ ਆਵਾਜ਼ ਆਉਂਦੀ, ਅੰਦਰੋਂ, ਔਰ ਖੁਦ ਦੀ ਦ੍ਰਿੜਤਾ। ਆਪ ਜੀ ਬਚਨ ਸੁਣ ਰਹੇ ਸੀ ਕੀਰਤਨ ਵਿੱਚ, ਸੀਸ ਦੀਆ
ਪਰ ਸਿਰੜ ਨਾ ਦੀਆ। ਮਹਾਰਾਜ ਜੀ ਨੇ ਸਿਰੜ ਨਹੀਂ ਛੱਡਿਆ, ਦ੍ਰਿੜਤਾ ਨਹੀਂ ਛੱਡੀ, ਸਿਰੜ ਨਹੀਂ ਛੱਡਿਆ। ਮੇਰਾ ਸਿਰੜ ਆਏ, ਮੇਰੀ ਦ੍ਰਿੜਤਾ ਆਏ, ਸੀਸ ਚਲੇ ਜੇ ਚਲੇ ਜੇ। ਤੇ ਸਿੱਖ ਦਾ ਜੀਵਨ ਮੇਰੇ ਸਤਿਗੁਰੂ, ਮੈਂ ਇਸ ਮੁਕਾਮ ਤੇ ਪਹੁੰਚ ਗਿਆ ਕਿ ਮੇਰੇ ਵਾਸਤੇ ਤੂੰ ਕਰਤਾ, ਸਭ ਕੁਝ ਕਰਨ ਵਾਲਾ ਤੂੰ ਹੀ ਹੈ। ਸਭ ਕੁਝ ਕਰਨ ਵਾਲਾ ਤੂੰ ਹੀ ਹੈ। ਮੈਂ ਅਵਰ ਨਾ ਕੋਈ, ਮੇਰੇ ਵਾਸਤੇ ਤੇਰੇ ਤੋਂ ਬਿਨਾਂ ਕੋਈ ਹੋਰ ਨਹੀਂ। ਨਾ ਕੋਈ ਰੁੱਖ, ਨਾ ਕੋਈ ਦਰਖਤ, ਨਾ ਕੋਈ ਹੋਰ ਤਰੀਕਾ, ਨਾ ਕੋਈ ਧਾਗਾ ਤਵੀਦ, ਨਾ ਕੋਈ ਜੰਤਰ ਮੰਤਰ, ਨਾ ਟੂਣਾ ਟਾਮਣ, ਨਾ ਕਿਸੇ ਬੰਦੇ ਦੀ ਆਸ, ਨਾ ਕਿਸੇ ਬੰਦੇ ਦਾ ਭਰੋਸਾ। ਕਿਸੇ ਦੇ ਵੱਸ ਕੁਝ ਵੀ ਨਹੀਂ। ਮੇਰਾ ਕੋਈ ਕੁਝ ਵੀ ਨਹੀਂ ਕਰ ਸਕਦਾ, ਨਾ ਸਵਾਰ ਸਕਦਾ, ਨਾ ਵਿਗਾੜ ਸਕਦਾ। ਮੇਰੇ ਲਈ ਤੂੰ ਹੀ ਹੈ। ਮੇਰੀ ਝੋਲੀ ਖਾਲੀ ਨੂੰ ਭਰ ਸਕਦਾ ਤੇ ਤੂੰ, ਮੇਰੇ ਦੁੱਖ ਕੱਟ ਸਕਦਾ ਤੇ ਤੂੰ। ਭਾਰਤ ਮੈਂ ਵੇਖ ਲਿਆ ਕਰਕੇ, ਮਿੱਤਰ ਕਨੇਰੇ ਕਰਤ ਕੀ, ਮੇਰਾ ਦੁੱਖ ਕਾਟਿਆ ਕੋਈ ਕਿਸੇ ਨੇ ਵੀ ਨਾ ਕੱਟਿਆ। ਕਿ ਦੁਨੀਆ ਨੂੰ ਅਜੇ ਤੱਕ ਆਪਾਂ ਸਮਝੇ ਨਹੀਂ। ਜਿਹੜੇ ਭੈੜਾ ਜਿਹਾ ਮੂੰਹ ਬਣਾ ਕੇ ਆਪਣੇ ਕੋਲ ਬੈਠ ਕੇ ਆਪਣਾ ਦੁੱਖ ਸੁਣਦੇ ਹੋਣ, ਉਹ ਬਾਹਰ ਲੋਕਾਂ 'ਚ ਹਾਸਾ ਮਜ਼ਾਕ ਉਡਾ ਕੇ, ਚੜਗਿੱਲੀਆਂ ਮਾਰ ਮਾਰ ਕੇ, ਹੱਸ ਹੱਸ ਕੇ ਸਾਡੀ ਬਦਨਾਮੀ ਕਰਦੇ ਹੁੰਦੇ ਨੇ। ਇਹ ਮਿੱਤਰ, ਤਾਂ ਹੀ ਬਾਬਾ ਜੀ ਨੇ ਪਾਵਨ ਬਾਣੀ 'ਚ ਸਿਰਾ ਲਾ ਦਿੱਤਾ, ਫਰੀਦਾ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਹਨਾਂ ਲਈ ਦੀਨ ਗਵਾਇਆ। ਮਰਨ ਤੋਂ ਬਾਅਦ ਤੇ ਕੀ, ਤੇ ਜੀਂਦੇ ਜੀ ਕੰਮ ਨਾ ਆਏ। ਇਹ ਤੇ ਜੀਂਦੇ ਜੀ ਕੰਮ ਨਾ ਆਏ। ਜੀਂਦੇ ਜੀ ਜੇ ਕੋਈ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਪਣਾ ਜਾਂ ਤੁਹਾਡੇ ਨੇੜੇ ਹੈ, ਤੇ ਭੁਲੇਖੇ ਵਿੱਚ ਹੋ। ਜੇ ਕੋਈ ਤੁਹਾਡੇ ਨੇੜੇ ਹੈ ਤੇ ਉਹ ਤੁਹਾਡੇ ਨੇੜੇ ਨਹੀਂ, ਉਹ ਤੁਹਾਡੀ ਜੇਬ ਦੀ ਰੌਣਕ ਕਰਕੇ ਤੁਹਾਡੇ ਨੇੜੇ ਹੈ। ਜਿੱਦਣ ਜੇਬ ਦੀ ਰੌਣਕ ਨਾ ਰਹੀ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੇ। ਆਪਣੇ ਵੀ ਪਰਾਏ ਹੋ ਜਾਣਗੇ ਜਿੱਦਣ ਜੇਬ 'ਚ ਰੌਣਕ ਨਾ ਰਹੀ। ਔਰ ਜੇ ਜੇਬ 'ਚ ਰੌਣਕ ਹੈ ਤੇ ਜਿਹੜਾ ਤੁਹਾਡਾ ਕੁਝ ਵੀ ਨਹੀਂ ਲੱਗਦਾ, ਉਹ ਵੀ ਰਿਸ਼ਤੇਦਾਰ, ਉਹ ਵੀ ਨੇੜੇ ਆ ਕੇ, ਚਾਚਾ ਸਤਿ ਸ੍ਰੀ ਅਕਾਲ, ਮੈਂ ਫਲਾਣੀ ਜਗ੍ਹਾ ਤੋਂ ਫਲਾਣੀ ਜਗ੍ਹਾ ਤੋਂ, ਉਹ ਵੀ ਤੁਹਾਡੇ ਨਾਲ ਸਾਂਝ ਪਾ ਲੇਗਾ। ਮੇਰੇ ਨੇੜੇ ਕੋਈ ਨਹੀਂ, ਮੇਰਾ ਆਪਣਾ ਕੋਈ ਨਹੀਂ। ਇਹ ਸਭ ਖੀਸੇ ਦੀ ਰੌਣਕ ਨਾਲ ਜੁੜੇ ਨੇ ਲੋਕ। ਮੇਰਾ ਕਿਸੇ ਤੋਂ ਸਵਾਰਥ ਪੂਰਾ ਹੁੰਦਾ ਤੇ ਮੈਂ ਉਹਦੇ ਕੋਲ ਜਾਣਾ, ਬਿਨਾਂ ਸਵਾਰਥ ਤੋਂ ਨਹੀਂ ਜਾਂਦਾ। ਕਿਸੇ ਦਾ ਮੇਰੇ ਤੋਂ ਸਵਾਰਥ ਪੂਰਾ ਹੁੰਦਾ ਤੇ ਮੇਰੇ ਕੋਲ ਬੈਠੇਗਾ, ਨਹੀਂ ਸਵਾਰਥ ਪੂਰਾ ਹੁੰਦਾ ਨਹੀਂ ਬੈਠੇਗਾ। ਸਿੱਖ ਨੂੰ ਸਮਝ ਆ ਜਾਏ, ਅੱਜ ਆ ਜਾਏ, ਕੱਲ ਆ ਜਾਏ, ਕਦੋਂ ਵੀ ਆ ਜਾਏ, ਗੁਰੂ ਤੋਂ ਬਿਨਾਂ ਮੇਰੀ ਖਾਲੀ ਝੋਲੀ ਕੋਈ ਨਹੀਂ ਭਰ ਸਕਦਾ, ਕੋਈ ਨਹੀਂ। ਮੇਰੀ ਜ਼ਿੰਦਗੀ ਦੇ ਤਮਾਮ ਦੁੱਖ ਨੇ ਮੇਰੇ ਗੁਰੂ ਤੋਂ ਬਿਨਾਂ ਕੋਈ ਨਹੀਂ ਕੱਟ ਸਕਦਾ, ਕੋਈ ਨਹੀਂ ਕੱਟ ਸਕਦਾ। ਮੇਰੇ ਜੀਵਨ 'ਚ ਅਨੇਕ ਤਰ੍ਹਾਂ ਦੇ ਬੰਧਨ ਨੇ, ਵਿਘਨ ਨੇ, ਔਂਕੜਾਂ ਨੇ, ਮੁਸੀਬਤਾਂ ਨੇ, ਰਸਤਾ ਨਹੀਂ ਦਿਖਦਾ। ਮੇਰੇ ਗੁਰੂ ਨੇ ਆਵਾਜ਼ ਮਾਰੀ, ਸੁਣ। ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਗ ਪੇ ਭੱਜ ਖਲੇ, ਭੱਜੇ ਸਭ ਆਸਰਾ ਚੁੱਕੇ ਸਭ ਅਸਰਾਓ। ਮਰ ਕਹਿੰਦੇ ਹੋ ਗਏ ਸਭ ਦਰਵਾਜ਼ੇ ਬੰਦ ਦੁਨੀਆ ਦੇ, ਦੁਸ਼ਮਣ ਆ ਕੇ ਸਿਰ ਤੇ ਚੜ ਕੇ। ਜਿਵੇਂ ਬੰਦਾ ਥੋੜਾ ਕਮਜ਼ੋਰ ਹੁੰਦਾ, ਦੁਸ਼ਮਣ ਵੀ ਆ ਕੇ ਦੱਬਦਾ। ਮਿੱਤਰ ਭੱਜ ਜਾਂਦੇ ਨੇ, ਦੁਸ਼ਮਣ ਦੱਬਣ ਆ ਜਾਂਦਾ। ਹੋ ਗਿਆ ਸਭ ਕੁਝ, ਹੋ ਗਿਆ ਸਭ ਦਰਵਾਜ਼ੇ ਬੰਦ, ਅੱਖਾਂ ਅੱਗੇ ਹਨੇਰਾ ਹੋ ਗਿਆ, ਕੁਝ ਨਹੀਂ ਨਾ ਸੋਚਦਾ, ਕੀ ਕਰਾਂ, ਕੁਝ ਨਹੀਂ ਨਾ ਸੋਚਦਾ। ਕਈ ਬੰਦਿਆਂ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਦਿਨ ਆਉਂਦਾ ਤੇ ਉਹ ਸੁਸਾਈਡ ਕਰ ਲੈਂਦੇ ਨੇ। ਤੁਸੀਂ ਬੜੇ ਸੋਝਵਾਨ ਸਿਆਣੇ ਹੋ, ਦੁਨੀਆਦਾਰੀ ਸਮਝਦੇ ਹੋ। ਜਦੋਂ ਆਹ ਵੇਖਦਾ ਨਾ ਬੰਦੇ ਨੂੰ ਸਭ ਦਰਵਾਜ਼ੇ ਬੰਦ, ਅੱਖਾਂ ਅੱਗੇ ਹਨੇਰਾ ਹੋ ਗਿਆ,
ਕੋਈ ਤਰੀਕਾ ਹੀ ਨਹੀਂ ਲੱਭਦਾ ਵੀ ਕੀ ਕਰਾਂ, ਜੀਵਾਂ ਕਿਵੇਂ, ਕਿੱਧਰ ਜਾਵਾਂ, ਕੋਈ ਸੋਲੂਸ਼ਨ ਨਹੀਂ। ਮਰ ਕਹਿੰਦੇ ਜਦੋਂ ਇਹੋ ਜਿਹਾ ਵੀ ਸਮਾਂ ਆ ਜਾਏ ਨਾ, ਉਦੋਂ ਵੀ ਆ ਜੀ, ਉਦੋਂ ਵੀ ਆ ਜੀ, ਚੇਤਾ ਆਵੇ ਉਸ ਪਾਰ ਬ੍ਰਹਮ। ਤੇ ਮਰ ਕਹਿੰਦੇ ਅਗਲੀ ਗਰੰਟੀ ਮੇਰੀ, ਲੱਗੇ ਨਾ ਤੱਤੀ ਵਾਹ, ਤੈਨੂੰ ਤੱਤੀ ਵਾਹ ਨਹੀਂ ਲੱਗਣ ਦਿਆਂਗਾ, ਉਸ ਹਾਲਤ ਵਿੱਚ ਵੀ ਆ ਜਾਏ। ਹਿਰਨੀ ਦੀ ਉਦਾਹਰਣ ਤੁਸੀਂ ਬਾਣੀ ਚੋਂ ਬੜੀ ਵਾਰ ਸੁਣਦੇ ਆ ਨਾ। ਤੇ ਜਦੋਂ ਮੇਰਾ ਮਾਲਕ ਰੱਖ ਲੈਂਦਾ ਨਾ, ਰੱਖਣ ਤੇ ਆਵੇ, ਜਦੋਂ ਨਾਨਕ ਰੋਮ ਨਾ ਛਿੱਧ ਤੇ ਕਦੋਂ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ, ਵਾਲ ਵਿੰਗਾ ਨਹੀਂ ਹੁੰਦਾ, ਆਵੇ ਤੇ ਸਹੀ। ਮੈਂ ਅਵਰ ਨਾ ਕੋਏ, ਸਤਿਗੁਰੂ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ। ਭਾਈ ਮਤੀ ਦਾਸ ਸਾਹਿਬ ਜੀ, ਗੁਰੂ ਤੇਗ ਬਹਾਦਰ ਪਾਤਸ਼ਾਹ, ਤੇਰੇ ਤੋਂ ਬਿਨਾਂ ਕੋਈ ਨਹੀਂ, ਪਰਿਵਾਰ ਨਹੀਂ, ਧੀਆਂ ਪੁੱਤ ਨਹੀਂ, ਰਿਸ਼ਤੇਦਾਰ ਨਹੀਂ, ਮਾਂ ਪਿਓ ਨਹੀਂ, ਘਰ-ਬਾਰ ਨਹੀਂ। ਆਈ ਕਿਸੇ ਦੀ ਯਾਦ ਵੀ ਛੱਡ ਕੇ ਗੁਰੂ ਨੂੰ ਤੇ ਪਰਿਵਾਰ ਕੋਲ ਚਲੇ ਜਾਈਏ, ਧੀਆਂ ਪੁੱਤਾਂ ਕੋਲ ਚਲੇ ਜਾਈਏ? ਨਹੀਂ, ਸਤਿਗੁਰੂ ਤੂੰ ਹੈ, ਕੁਝ ਨਹੀਂ। ਦੁਨੀਆ ਦੀਆਂ ਦੌਲਤਾਂ, ਰਾਜ ਭਾਗ, ਅਮੀਰੀ ਦੇ ਸੁੱਖ, ਜ਼ਗੀਰਾਂ ਦੇ ਲਾਲਚ, ਉਹ ਵੀ ਦਿੱਤੇ ਗਏ। ਕੀ ਕੀਤਾ? ਸਭ ਕੁਝ ਨੂੰ ਠੋਕਰ ਮਾਰੀ। ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇਰੇ ਤੋਂ ਬਿਨਾਂ ਕੋਈ ਨਹੀਂ, ਤੂੰ ਹੀ ਚਾਹੀਦਾ, ਕੁਝ ਨਹੀਂ ਚਾਹੀਦਾ ਹੋਰ। ਘਰ-ਬਾਰ ਨਹੀਂ, ਪਰਿਵਾਰ ਨਹੀਂ, ਕੁਝ ਨਹੀਂ। ਇੱਥੋਂ ਤੱਕ ਸਤਿਗੁਰੂ ਮੈਨੂੰ ਮੇਰੀ ਆਪਣੀ ਜ਼ਿੰਦਗੀ ਵੀ ਨਹੀਂ ਚਾਹੀਦੀ, ਮੈਨੂੰ ਤੇਰੀ ਖੁਸ਼ੀ ਚਾਹੀਦੀ ਹੈ, ਤੂੰ ਚਾਹੀਦਾ। ਆਰਾ ਚੱਲੇ, ਸਰੀਰ ਹੀ ਖਤਮ ਹੋ ਜਾਏਗਾ, ਨਾ ਹੋ ਜਾਏ ਕੋਈ ਗੱਲ ਨਹੀਂ, ਜ਼ਿੰਦਗੀ ਵੀ ਨਹੀਂ ਚਾਹੀਦੀ, ਤੂੰ ਚਾਹੀਦਾ। ਤੇਰੇ ਤੋਂ ਬੇਮੁਖ ਨਹੀਂ ਹੋਣਾ, ਤੇਰੀ ਖੁਸ਼ੀ ਚਾਹੀਦੀ ਹੈ। ਜੀਂਦੇ ਤੇਰੇ, ਮਰ ਲੱਗਿਆ ਵੀ ਤੇਰੇ, ਮਰੇ ਵੀ ਤੇਰੇ, ਤੇਰੇ। ਮੈਂ ਅਵਰ ਨਾ ਕੋਈ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ। ਤੁਝ ਸੇਵੀ, ਤੁਝ ਤੇ ਪਤ ਹੋਏ। ਇਸ ਗੱਲ ਨੇ ਸਾਡਾ ਬੜਾ ਨੁਕਸਾਨ ਕੀਤਾ ਦੁਨੀਆ 'ਚ। ਆਪਣੀ ਫੋਕੀ, ਝੂਠੀ, 4 ਦਿਨਾਂ ਦੀ ਦਿਖਾਵੇ ਦੀ ਇੱਜ਼ਤ ਖੱਟਣ ਵਾਸਤੇ ਤੋਤੀ, ਖੋਖਲੀ, ਅੰਦਰੋਂ ਕੁਝ ਵੀ ਨਹੀਂ, ਢੋਲ ਵਰਗੀ, ਕਿ ਲੋਕਾਂ 'ਚ ਮੇਰੀ ਵਾਹ ਵਾਹ ਹੋਵੇ, ਮੇਰੀ ਇੱਜ਼ਤ ਹੋਵੇ। ਬਸ ਲੋਕਾਚਾਰੀ ਇੱਜ਼ਤ ਰੱਖਦੇ 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 ਪਤਾ ਨਹੀਂ ਕੀ ਕੁਝ ਗਵਾ ਬੈਠੇ ਤੇ ਕਿੱਥੇ ਪਹੁੰਚ ਗਏ। ਲੋਕੀ ਕੀ ਕਹਿਣਗੇ? ਆ ਨਾ ਕੀਤਾ, ਲੋਕੀ ਕੀ ਕਹਿਣਗੇ? ਕੈਸੀ ਕੈਸੀ ਮਨਮਤ ਅਸੀਂ ਲੋਕਾਂ ਨੂੰ ਦਿਖਾਉਣ ਪਿੱਛੇ ਕਰਦੇ। ਦਾੜੀ ਦੇ ਕੇਸ ਚਿੱਟੇ ਹੋ ਗਏ, ਲੋਕੀ ਕੀ ਕਹਿਣਗੇ? ਬੁੱਢਾ ਹੋ ਗਿਆ, ਕਾਲੀ ਕਰ ਲਓ, ਲੋਕੀ ਕੀ ਕਹਿਣਗੇ? ਇੰਨਾ ਪੈਸਾ ਰੱਬ ਨੇ, ਮਾਲਕ ਨੇ ਦਿੱਤਾ ਹੈ, ਤੇ ਵਿਆਹ ਸ਼ਾਦੀਆਂ ਦੇ ਵਿੱਚ ਮਨਮੱਤਾਂ ਵਾਲੇ ਕੰਮ ਨਾ ਕੀਤੇ, ਮਨਮੱਤੀਆਂ ਦੇ, ਲੋਕੀ ਕੀ ਕਹਿਣਗੇ? ਦਾਜ ਲਿਆ ਨਾ, ਦਾਜ ਦਿੱਤਾ ਨਾ, ਲੋਕੀ ਕੀ ਕਹਿਣਗੇ? ਕਰੀ ਚਲੋ। ਹੁਣ ਜੇ ਤੂੰ ਗੁਰੂ ਵੱਲ ਵੇਖਣਾ ਤੇ ਫਿਰ ਜੀਵਨ ਹੋਰ ਤਰ੍ਹਾਂ ਦਾ ਹੋਏਗਾ। ਜੇ ਲੋਕਾਂ ਨੂੰ ਵੇਖਣਾ ਤੇ ਜ਼ਿੰਦਗੀ ਹੋਰ ਤਰ੍ਹਾਂ ਦੀ। ਤੇ ਹੁਣ ਤੱਕ ਲੋਕਾਂ ਨੂੰ ਵੀ ਵੇਖ ਰਿਹਾ ਤੇ ਵੇਖੀ ਚਲੋ, ਜੋ ਲੋਕਾਂ ਨੂੰ ਚੰਗਾ ਲੱਗਦਾ ਕਰੀ ਚਲੋ। ਜੇ ਹੁਣ ਤੱਕ ਉਹਦੇ ਚੋਂ ਕੋਈ ਤੱਤ ਨਿਕਲਿਆ ਹੈ, ਕੋਈ ਚੀਜ਼ ਨਿਕਲੀ ਹੈ, ਕੋਈ ਪੱਲੇ ਪਿਆ ਤੇ ਠੀਕ ਹੈ, ਫਿਰ ਵਿਖਾਈ ਚਲੋ। ਮੈਂ ਦੂਜੇ ਨੂੰ ਵਿਖਾ ਰਿਹਾ, ਮੈਨੂੰ ਵਿਖਾ ਰਿਹਾ। ਮੈਂ ਆਪਣੀ ਝੂਠੀ ਸ਼ੋਭਾ ਦਾ, ਝੂਠੀ ਸੋਹਬਤ ਦਾ, ਫੋਕੀ ਵਡਿਆਈ ਦਾ ਲੋਕਾਂ ਕੋਲ ਦਿਖਾਵਾ ਕਰਦਾ, ਦੂਸਰੇ ਕੋਲ, ਦੂਸਰਾ ਮੇਰੇ ਕੋਲ ਕਰੀ ਜਾਂਦਾ। ਆਪਾਂ ਸਾਰੇ ਇਸੇ 'ਚ ਹੀ ਲੱਗੇ ਹਨ। ਮੈਂ ਆਪਣੀ ਝੂਠੀ ਵਡਿਆਈ ਦੂਜੇ ਕੋਲ, ਦੂਜੇ ਮੇਰੀ, ਮੈਂ ਉਹਦੀ। ਝੂਠੀ, ਸੱਚੀ ਨਹੀਂ, ਝੂਠੀ। ਜਿਹੜੀ ਚੀਜ਼ ਸਦੀਵੀ ਨਾ ਹੋਵੇ, 4 ਦਿਨਾਂ ਦੀ ਹੋਵੇ, ਝੂਠੀ ਹੁੰਦੀ ਹੈ। ਮਾਇਆ ਕਰਕੇ ਮਿਲੀ, ਪਦਵੀਆਂ ਕਰਕੇ ਮਿਲੀ, ਕਿਸੇ ਬੰਦੇ ਦੇ ਬਲ ਕਰਕੇ ਮਿਲੀ, ਅਕਲ ਕਰਕੇ ਮਿਲੀ, ਇਹ ਸਾਰੀ ਇੱਜ਼ਤ, ਇਹ ਦਿਖਾਵਾ, ਇਹ ਸ਼ੋਭਾ, ਇਹ ਝੂਠੀ, ਇਹ ਥੋਤੀ ਹੈ। 4 ਦਿਨਾਂ ਬਾਅਦ ਪਾਜ ਉਗੜ ਜਾਏਗਾ। ਇਹ ਥੋਤੀ ਹੈ, ਕੱਖ ਨਹੀਂ ਇਹਦੇ ਵਿੱਚ। ਜੇ ਤੇ ਲੋਕਾਂ ਨੂੰ ਵੇਖ ਕੇ ਜੀਣਾ ਤੇ ਜੀਓ।
ਫਿਰ ਲੋਕੀ ਤੇ ਤੁਹਾਨੂੰ ਕਿਸੇ ਪਾਸਿਓਂ ਵੀ ਨਹੀਂ ਬਖਸ਼ਣਗੇ, ਇਹ ਯਾਦ ਰੱਖਿਓ। ਲੋਕੀ ਤੇ ਸਿਆਣੇ ਆਂਦੇ ਨਾ, ਜੇ ਪਾਈਏ ਚਿੱਟੇ ਲੋਕੀ ਆਖਦੇ ਲਿਆਉਂਦਾ ਕਿੱਥੋਂ, ਜੇ ਪਾਈਏ ਮੈਲੇ ਦੂਰੋਂ ਦਿੰਦੇ ਤੇਰੇ ਘਰ ਜੀ। 4 ਦਿਨ ਚੰਗੇ ਕੱਪੜੇ ਪਾ ਲਓ ਤੇ ਲੋਕੀ ਆਂਦੇ ਵੀ ਇਹਦਾ ਕਿੱਥੋਂ ਜੁਗਾੜ ਲੱਗਾ। ਮਾੜੇ ਪਾ ਲਓ ਫਿਰ ਆਖਣਾ ਤੇ ਬਿਲਕੁਲ ਹੀ ਗਰਕ ਗਿਆ, ਪੱਲੇ ਕੱਖ ਨਹੀਂ ਇਹਦੇ ਤੇ। ਜੇ ਬਹੁਤਾ ਬੋਲੀਏ ਤੇ ਕਮਲਾ ਸ਼ਦਾਈ ਕਹਿੰਦੇ, ਬਹੁਤਾ ਬੋਲੋ ਆਖਣਗੇ ਕਮਲਾ ਬੋਲੀ ਜਾਂਦਾ। ਜੇ ਰਹੀਏ ਚੁੱਪ ਲੋਕੀ ਆਖਦੇ ਬਿਮਾਰ ਜੀ, ਤੇ ਬੋਲੋ ਨਾ ਚੁੱਪ ਹੀ ਰਹੋ ਤੇ ਲੋਕੀ ਆਖਣਗੇ ਬਿਮਾਰ ਕੀ ਹੋਇਆ ਤੈਨੂੰ, ਕੁੰਦਾ ਹੀ ਨਹੀਂ। ਜੇ ਬਹੁਤਾ ਖਾਈਏ ਕਹਿੰਦੇ ਦਿਨਾਂ 'ਚ ਉੱਜੜ ਜਾਊ। ਆਂਢੀ ਗੁਆਂਢੀ ਵੇਖ ਲੈਣ ਨਾ, ਵਿਚਾਰਕ ਦਿਨ ਬੜਾ ਰੋਟੀ ਪਾਣੀ ਬਾਹਰੋਂ ਆ ਰਿਹਾ। ਅੱਜ ਕੱਲ੍ਹ ਨਾ ਫੋਨ ਕਰੋ ਤੇ ਬਾਹਰੋਂ ਹੀ ਆ ਜਾਂਦਾ। ਦਰਵਾਜ਼ੇ ਤੇ ਆ ਕੇ ਉਹ ਬੈਲ ਮਾਰਦਾ, ਲਓ ਜੀ ਯਾਰ ਖਾਣਾ ਲਓ ਆ। ਤੇ ਫਿਰ ਆਂਢੀ ਗੁਆਂਢੀ ਵੀ ਵੇਖਣ ਵਾਲੇ ਆਂਦੇ ਵੀ ਅੱਛਾ ਬਸ ਇਹ ਗਿਆ। ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗਵਾਰ ਜੀ। ਜੇ ਨਾ ਕਰੋ ਤੇ ਫਿਰ ਆਖਣਗੇ ਇਹਦੇ ਤੇ ਪੱਲੇ ਕੁਛ ਨਹੀਂ। ਕਿਸ ਤਰ੍ਹਾਂ ਜਿੱਤ ਲਾਂਗੇ ਦੁਨੀਆ ਨੂੰ, ਇੱਥੇ ਉੱਥੇ ਵਾਹਿਗੁਰੂ ਹੀ ਪੱਤ ਰੱਖੇ ਸਾਈ ਰਾਮਾ। ਕਿਸੇ ਪਾਸੋਂ ਜਿੱਤਿਆ ਨਹੀਂ ਜਾਂਦਾ ਸੰਸਾਰ ਜੀ। ਜਿਹੜੀ ਦੁਨੀਆ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੋਰਾਈਆ ਆਖਿਆ ਹੋਵੇ, ਭੂਤਨਾ ਆਖਿਆ ਹੋਵੇ, ਬੇਤਾਲਾ ਤੇ ਬਾਵਰਾ ਆਖ ਕੇ ਇੱਟੇ ਮਾਰੇ ਹੋਣ, ਉਸ ਦੁਨੀਆ ਤੋਂ ਕੀ ਉਮੀਦ ਰੱਖੋਗੇ ਕਿ ਇਸ ਦੁਨੀਆ ਦੀ ਝੂਠੀ ਸ਼ੋਭਤ ਖੱਟ ਕੇ ਮੇਰੀ ਜ਼ਿੰਦਗੀ ਦਾ ਬੇੜਾ ਬੰਨੇ ਲੱਗ ਜਾਏਗਾ? ਨਹੀਂ। ਜੇ ਦੁਨੀਆ ਵੱਲ ਵੇਖ ਕੇ ਚੱਲਣਾ ਹੈ ਤੇ ਫਿਰ ਆਈ ਕੁਝ ਹੈ, ਜੇ ਗੁਰੂ ਵੱਲ ਵੇਖ ਕੇ ਚੱਲਣਾ ਹੈ ਤੇ ਫਿਰ ਇਹ ਹੈ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹੋ ਤਨ ਦਿਓ ਹੈ ਢਾਰ। ਕੋਈ ਆਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਲੋਕਾਂ ਨੇ ਕਿਹਾ ਕੁੜਮਾਂ ਦਾ ਪਾਣੀ ਢੋਂਦਾ ਹੈ, ਕੀ ਕੁਝ ਨਹੀਂ ਬੋਲਿਆ। ਚਲੋ ਜਿਨ੍ਹਾਂ ਨੇ ਉਹ ਮਾੜੇ ਬੋਲ ਬੋਲੇ ਉਹਨਾਂ ਦਾ ਤੇ ਗੁਰੂ ਨਾਲ ਕੋਈ ਰਿਸ਼ਤਾ ਨਹੀਂ ਸੀ। ਸਾਡਾ ਤੇ ਉਹ ਮਾਲਕ ਹੈ ਨਾ, ਆਪਾਂ ਨਹੀਂ ਬੋਲ ਸਕਦੇ, ਪਰ ਲੋਕਾਂ ਨੇ ਬੋਲਿਆ ਨਾ। ਤੇ ਜੇ ਲੋਕਾਚਾਰੀ ਵੇਖਣੀ ਹੁੰਦੀ ਤੇ ਬਾਬਾ ਅਮਰਦਾਸ ਜੀ ਛੱਡ ਕੇ ਚਲੇ ਜਾਂਦੇ, ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮੁਕਾਮ ਤੱਕ ਨਾ ਪਹੁੰਚਦੇ। ਇਹ ਥੋਥੀ ਸ਼ੋਭਾ ਜੇ ਦੁਨੀਆ ਦੀ। ਦੁਨੀਆ ਦੀ ਸ਼ੋਭਾ ਤੋਂ ਬਚੋ। ਇਹ ਝੂਠੀ ਦਿਖਾਵੇ ਦੀ ਸ਼ੋਭਾ ਤੋਂ ਬਚੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਕੰਨਾਂ ਦਾ ਇੱਕ ਸਵਾਦ ਚਸਕਾ ਜਿਹੜਾ ਨਾ, ਲੋਕ ਮੇਰੀ ਤਾਰੀਫ ਕਰਨ। ਨਿੰਦਿਆ ਤੇ ਉਸਤਤ ਬੰਦੇ ਨੂੰ ਦੋਨੋਂ ਚੰਗੀਆਂ ਲੱਗਦੀਆਂ ਨੇ। ਨਿੰਦਿਆ ਦੂਜੇ ਦੀ ਹੋਵੇ, ਉਸਤਤ ਮੇਰੀ ਹੋਵੇ, ਜਿੰਨੀ ਮਰਜ਼ੀ ਕਰੀ ਜਾਓ। ਮੇਰੇ ਸਾਹਮਣੇ ਮੇਰੀ ਨਿੰਦਿਆ ਨਾ ਕਰਨਾ ਤੇ ਦੂਸਰੇ ਦੀ ਉਸਤਤ ਨਾ ਕਰਨਾ, ਇਹ ਬਰਦਾਸ਼ਤ ਨਹੀਂ। ਦੂਸਰੇ ਦੀ ਨਿੰਦਿਆ ਤੇ ਮੇਰੀ ਉਸਤਤ ਜਿੰਨੀ ਮਰਜ਼ੀ ਕਰੀ ਜਾਓ, ਮੈਂ ਸਾਰਾ ਦਿਨ ਸੁਣੀ ਜਾਵਾਂਗਾ। ਮਾਰੇ ਕਹਿੰਦੇ ਕੱਖ ਨਹੀਂ ਇਹਦੇ 'ਚ, ਕੱਖ ਨਹੀਂ। ਦੁਨੀਆ ਕੀ ਸ਼ੋਭਾ 4 ਦਿਹਾੜੇ ਜਾਂਦੇ ਬਿਲਮ ਨਾ ਹੋਈ। 4 ਦਿਨਾਂ ਦੀ ਹੈ। ਤੁਝ ਸੇਵੀ ਤੁਝ ਤੇ ਪਤ ਹੋਏ। ਦੁਨੀਆ 'ਚ ਮੈਨੂੰ ਕੋਈ ਨਹੀਂ ਜਾਣਦਾ, ਕਿਤੇ ਮੇਰੀ ਸ਼ੋਭਾ ਨਹੀਂ, ਕਿਤੇ ਮੇਰਾ ਮਾਣ ਸਤਿਕਾਰ ਨਹੀਂ। ਮਿੱਤਰ ਨਾ ਇਟ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ, ਇਹ ਹਾਲਤ ਹੋਵੇ। ਜਾਤ ਨਾ ਪਤ ਨਾ ਆਦਰ ਉਦਿਆਨ ਪਰ ਮਿੰਨਾ, ਇਹ ਹੋਵੇ। ਪਰ ਜਿਹੜਾ ਮੇਰੇ ਮਾਲਕ ਨਾਲ ਜੁੜ ਗਿਆ ਨਾ, ਗੁਰੂ ਨਾਲ ਜੁੜ ਗਿਆ, ਗੁਰੂ ਦੀ ਮੱਤ ਲੈ ਲਈ, ਗੁਰੂ ਗੁਰੂ ਕਰ ਲੱਗ ਗਿਆ, ਗੁਰੂ ਨਾਲ ਸਾਂਝ ਪਾ ਲਈ ਜਿਹਨੇ, ਤੁਝ ਤੇ ਪਤ ਹੋਏ, ਉਹਨੂੰ ਸੱਚੀ ਸ਼ੋਭਾ ਮਿਲ ਗਈ, ਇੱਜ਼ਤ ਮਿਲ ਗਈ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਗੁਰੂ ਕੇ ਕੀਰਤਨੀਆਂ ਨੇ ਸ਼ਬਦ ਪੜਿਆ ਭਗਤ ਕਬੀਰ ਜੀ ਦਾ। ਗੰਗਾ ਕੀ ਲਹਿਰ ਮੇਰੀ ਟੂਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਮਨ ਨਾ ਡਿਗਿਆ ਤਨ ਕਾਹੇ ਕੋ ਡਰਾਈ, ਚਰਨ ਕਮਲ ਚ ਤੇਰਿਓ ਸਮਾਏ। ਬੜਾ ਝੂਮ ਝੂਮ ਕੇ ਗਾਇਆ, ਸੰਗਤਾਂ ਨੇ ਬੜਾ ਝੂਮ ਝੂਮ ਕੇ ਸੁਣਿਆ। ਮਹਾਰਾਜ ਜੀ ਕਹਿੰਦੇ ਸੰਗਤ ਤੇ ਸਵਾਲ ਕੀਤਾ ਵੀ ਕਬੀਰ ਸਾਹਿਬ ਨੂੰ ਜਿਸ ਰਾਜੇ ਨੇ ਇਹ ਦੁੱਖ ਦਿੱਤੇ, ਉਹ ਰਾਜੇ ਦਾ ਨਾਂ ਕੀ ਸੀ? ਕਿਹੜਾ ਰਾਜਾ ਸੀ ਉਹ? ਇਹਨੇ ਕਬੀਰ ਜੀ ਨੂੰ ਮਾਰਨ ਦਾ ਯਤਨ ਕੀਤਾ, ਹੱਥ ਪੈਰ ਬੰਨ੍ਹ ਕੇ ਹਾਥੀ ਅੱਗੇ ਸੁੱਟਿਆ, ਗੰਗਾ 'ਚ ਸੁੱਟਿਆ। ਉਹ ਰਾਜੇ ਦਾ ਨਾਂ ਕੀ ਸੀ? ਸਾਰੇ ਇੱਕ ਦੂਸਰੇ ਵੱਲ ਵੇਖਣ, ਨਹੀਂ ਪਤਾ। ਮਰ ਕਹਿੰਦੇ ਨਹੀਂ ਪਤਾ, ਨਹੀਂ ਪਤਾ। ਉਹਦਾ ਨਾਂ ਸਿਕੰਦਰ ਲੋਧੀ ਸੀ। ਬਾਰੇ ਕਹਿੰਦੇ ਵੀ ਕਬੀਰ ਕੀ ਸੀ? ਘਰ 'ਚ ਖਾਣ ਨੂੰ ਰੋਟੀ ਵੀ ਨਹੀਂ ਨਾ,
ਮਾਂ ਵੀ ਨਿਆਣਿਆਂ ਵੱਲ ਵੇਖ ਕੇ ਰੋਂਦੀ ਹੈ, ਕਬੀਰ ਦੇ ਬੱਚਿਆਂ ਵੱਲ ਮੁੱਸ ਮੁੱਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰਗਰਾਈ, ਇਹ ਹਾਲਤ। ਤੇ ਦੂਸਰੇ ਪਾਸੇ ਬਾਦਸ਼ਾਹ ਰਾਜਾ, ਤੇ ਦੇਖੋ ਅੱਜ ਉਸ ਬਾਦਸ਼ਾਹ ਦਾ, ਉਸ ਰਾਜੇ ਦਾ ਕਿਸੇ ਨੂੰ ਨਾਮ ਨਹੀਂ ਪਤਾ, ਤੇ ਕਬੀਰ ਸਾਹਿਬ ਜੀ ਨੂੰ ਸਾਰਾ ਸੰਸਾਰ ਨਮਸਕਾਰਾਂ ਕਰਦਾ ਹੈ। ਸੱਚੀ ਇੱਜ਼ਤ ਕਿਹਦੀ ਹੋਈ, ਕਬੀਰ ਦੀ ਕਿ ਰਾਜੇ ਦੀ? ਸੱਚੀ ਸ਼ੋਭਾ ਕਿਹਦੀ ਹੈ? ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਅਵਰ ਨਾ ਕੋਈ। ਦੁਨੀਆ ਤੋਂ ਮੰਗ ਕੇ ਘਰ ਦਾ ਗੁਜ਼ਾਰਾ ਚੱਲਦਾ ਸੀ, ਪਰ ਬਾਬਾ ਨਾਨਕ ਜੀ ਦੀ ਸੰਗਤ ਕੀਤੀ ਤੇ ਅੱਜ ਹੱਥ ਜੋੜ ਕੇ ਸੰਸਾਰ ਸਿੱਖ ਜਗਤ ਦੇ ਪਹਿਲੇ ਕੀਰਤਨੀਏ ਕਰਕੇ ਭਾਈ ਮਰਦਾਨਾ ਜੀ ਨੂੰ ਨਮਸਕਾਰਾਂ ਕਰਦਾ ਹੈ। ਕਿਹਦੀ ਹੋਈ ਸੱਚੀ ਸ਼ੋਭਾ? ਸੱਚੀ ਸ਼ੋਭਾ ਕਿਹਦੀ ਹੈ? ਤੁਝ ਤੇ ਪਤ ਹੋਏ। ਸੱਚੀ ਸ਼ੋਭਾ ਗੁਰੂ ਨਾਲ ਜੁੜ ਕੇ, ਗੁਰੂ ਗੁਰੂ ਕਰਕੇ, ਜਿਸ ਤਰ੍ਹਾਂ ਦਾ ਜੀਵਨ ਗੁਰੂ ਆਖਦਾ ਉਸ ਤਰ੍ਹਾਂ ਦਾ ਜੀਵਨ ਬਣਾ ਕੇ ਗੁਰੂ ਨੂੰ ਦਿਖਾ ਕੇ, ਗੁਰੂ ਦੇਖੇ। ਬਸ ਇੱਥੇ ਥੋੜਾ ਜਿਹਾ ਫਰਕ ਜੇ। ਆਪਾਂ ਜ਼ੋਰ ਲਾਉਂਦੇ ਹਾਂ ਬਾਹਰੋਂ ਸਵਰਨ ਵਾਸਤੇ ਕਿ ਬਾਹਰੋਂ ਸੌਰ ਜਾਈਏ, ਬਾਹਰੋਂ ਸੋਹਣੇ ਲੱਗੀਏ, ਤਨ ਨੂੰ ਸਵਾਰਨ ਵਾਸਤੇ, ਕੱਪੜੇ ਸਵਾਰਨ ਵਾਸਤੇ, ਲੋਕਾਂ ਨੂੰ ਸੋਹਣੇ ਲੱਗੀਏ। ਗੁਰੂ ਤੇ ਵੇਖਦਾ ਹੀ ਨਹੀਂ। ਜੋ ਕੁਝ ਤੂੰ ਸਵਾਰਨ ਤੇ ਲੱਗੀਆਂ ਗੁਰੂ ਵੇਖਦਾ ਹੀ ਨਹੀਂ। ਜੋ ਗੁਰੂ ਵੇਖਦਾ ਹੈ ਉੱਥੇ ਤੇ ਮੈਲ ਹੀ ਮੈਲ ਭਰੀ ਪਈ। ਗੁਰੂ ਨਹੀਂ ਵੇਖਦਾ ਤੇਰੇ ਕੱਪੜੇ ਮਹਿੰਗੇ ਨੇ ਕਿ ਸਸਤੇ ਨੇ, ਮੈਲੇ ਨੇ ਕਿ ਸੋਹਣੇ ਨੇ। ਗੁਰੂ ਨਹੀਂ ਵੇਖਦਾ। ਗੁਰੂ ਨਹੀਂ ਵੇਖਦਾ ਤੇਰੇ ਕੱਪੜਿਆਂ ਨੂੰ ਮੈਲ ਲੱਗੀ ਹੈ ਕਿ ਨਹੀਂ, ਤੂੰ ਸੋਨਾ ਕਿੰਨਾ ਪਾਇਆ, ਗਹਿਣਾ ਕਿੰਨਾ ਪਾਇਆ, ਪਰਿਵਾਰ ਕਿੰਨਾ। ਗੁਰੂ ਨਹੀਂ ਵੇਖਦਾ। ਗੁਰੂ ਤੇ ਵੇਖਦਾ ਤੇਰੇ ਹਿਰਦੇ 'ਚ ਕੀ, ਤੇਰਾ ਮਨ 'ਚ ਕੀ ਹੈ, ਤੇਰੇ ਅੰਦਰ ਕੀ ਹੈ। ਤੇਰੇ ਮਨ ਨੂੰ ਮੈਲ ਹੈ ਕਿ ਨਿਰਮਲ। ਆਨੰਦ ਸਾਹਿਬ ਪੜ੍ਹਦੇ ਹਨ ਨਾ, ਸੌਖਾ ਜਿਹਾ ਕੰਮ, ਜੀਓ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਜੀਓ ਤਾਂ ਮੈਲੇ। ਉਹਨਾਂ ਦੀ ਹਾਲਤ ਕੀ ਹੋਈ? ਤਿੰਨੀ ਜਨਮ ਜੂਏ ਹਾਰਿਆ। ਕੋਈ ਰਹਿ ਗਿਆ ਭੁਲੇਖਾ? ਬਾਹਰੋਂ ਤੇ ਬੜੇ ਨਿਰਮਲ ਰਹੇ, ਬੜੇ ਚਿੱਟੇ ਪਾਏ, ਬੜੇ ਚਿੱਟੇ ਪਾਏ। ਦਿਖਾਵੇ ਨਾ ਕੀ ਹੁੰਦਾ? ਇਹ ਭੇਖ ਕਰਨ ਨੂੰ ਤੇ 10 ਮਿੰਟ ਨਹੀਂ ਲੱਗਦੇ। ਮਰਿਆਦਾ ਦਾ ਬਚਨ, ਗੁਰੂ ਦਾ ਸਿੱਖ ਬਹਿਰੂਪੀਆ ਨਾ ਹੋਵੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋਵੇ। ਤਾਂ ਹੀ ਕਲਗੀਆਂ ਵਾਲੇ ਮਹਾਰਾਜ ਕਹਿੰਦੇ ਨਾ ਜ਼ਫਰਨਾਮੇ 'ਚ, ਹਮੂ ਮਰਦ ਆਇਦ ਸਵਦ ਸੁਖਨ ਵਰ, ਨਾ ਸ਼ਿਕਵੇ ਦਿਗਰ ਦਰ ਦਿਹਾਨੇ। ਦਿਗਰ ਬੰਦਾ ਉਹ ਹੈ ਜਿਹਦੀ ਜ਼ੁਬਾਨ ਤੇ ਜਿਹਦਾ ਢਿੱਡ ਇੱਕੋ ਜਿਹਾ ਹੈ। ਜੋ ਜ਼ੁਬਾਨ ਤੇ ਉਹ ਦਿਲ 'ਚ, ਦਿਲ 'ਚ ਤੇ ਜ਼ੁਬਾਨ 'ਚ ਫਰਕ ਨਾ ਹੋਵੇ। ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ। ਲੋਕਾਂ ਨਾਲ ਚੱਲਦਾ, ਗੁਰੂ ਨਾਲ ਨਹੀਂ ਚੱਲਣਾ। ਗੁਰੂ ਅੰਦਰੋਂ ਵੇਖਦਾ। ਜੇ ਜੀਓ ਮੈਲੇ ਤੇ ਬਾਹਰੋਂ ਨਿਰਮਲ, ਤੇ ਨਹੀਂ ਜਨਮ ਜੂਏ ਹਾਰਿਆ, ਜੀਵਨ ਬਿਰਤ ਗਿਆ। ਜੀਓ ਨਿਰਮਲ, ਬਾਹਰੋਂ ਨਿਰਮਲ। ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ। ਉਹਨਾਂ ਨੇ ਗੁਰੂ ਦੀ ਕਮਾਈ ਕੀਤੀ, ਗੁਰੂ ਦੇ ਸ਼ਬਦ ਦੀ। ਕੂੜ ਕੀ ਸੋਏ ਪਹੁੰਚੇ ਨਹੀਂ, ਮਨਸਾ ਸੱਚ ਸਮਾਣੀ। ਉਹ ਪਤਾ ਕੌਣ ਨੇ? ਜਨਮ ਰਤਨ ਜਿਨੀ ਖਟਿਆ, ਭੱਲੇ ਸੇਵਨ ਜਾਰੇ। ਕਹੇ ਨਾਨਕ ਜਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਆਪਾਂ ਬਾਹਰੋਂ ਤਾਂ ਬੜਾ ਰੌਲਾ ਪਾਇਆ, ਪਿੱਛੇ ਬੜੇ ਸਪੀਕਰ ਪਾੜੇ, 300 ਸਾਲ ਗੁਰੂ ਦੇ ਨਾਲ, 300 ਸਾਲ ਗੁਰੂ ਦੇ ਨਾਲ। ਸੱਚੀ ਗੁਰੂ ਦੇ ਨਾਲ? ਮਰ ਕਹਿੰਦੇ ਨਹੀਂ ਨਹੀਂ, ਇਸ ਤਰ੍ਹਾਂ ਗੁਰੂ ਦੇ ਨਾਲ ਨਹੀਂ। ਕਹੇ ਨਾਨਕ ਜੀ ਨੂੰ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜੇ ਮਨ ਮੈਲਾ ਨਾ, ਸਰੀਰ ਕਰਕੇ ਗੁਰੂ ਦੇ ਨੇੜੇ ਹੋ ਕੇ ਵੀ ਗੁਰੂ ਦੇ ਨੇੜੇ ਨਹੀਂ ਆ। ਜੇ ਮਨ ਨਿਰਮਲ ਹੈ, ਤੁਸੀਂ ਦੁਕਾਨ ਤੇ ਬੈਠੇ ਵੀ ਗੁਰੂ ਦੇ ਨੇੜੇ ਹੋ, ਸਫ਼ਰ ਕਰਦੇ ਵੀ ਗੁਰੂ ਦੇ ਨੇੜੇ ਹੋ, ਦੁਕਾਨ ਕਰਦੇ ਵੀ, ਨੌਕਰੀ ਕਰਦੇ ਵੀ, ਹਲ ਚਲਾਉਂਦੇ, ਟਰੈਕਟਰ ਚਲਾਉਂਦੇ, ਗੁਰੂ ਦੇ ਨੇੜੇ ਹੋ। ਕਿਉਂ? ਮਨ ਨਿਰਮਲ। ਜਿਹਦਾ ਮਨ ਨਿਰਮਲ ਹੈ, ਸਦਾ ਰਹੇ ਗੁਰ ਨਾਲੇ। ਇੱਥੇ ਤੇ ਹੁਣ ਆਪਾਂ ਸਰੀਰ ਕਰਕੇ ਆਏ, ਅੱਧਾ ਘੰਟਾ, ਘੰਟਾ, 2 ਘੰਟੇ ਬੈਠਾਂਗੇ, ਚਲੇ ਜਾਵਾਂਗੇ ਨਾ। 24 ਘੰਟੇ ਤੇ ਨਹੀਂ ਨਾ ਨੇੜੇ ਰਵਾਂਗੇ। ਤੇ ਜਿਹਦਾ ਮਨ ਨਿਰਮਲ ਹੈ, ਮਾਰੇ ਕਹਿੰਦੇ ਸਦਾ ਰਹੇ ਗੁਰ ਨਾਲੇ। ਉਹ ਗੁਰੂ ਤੋਂ ਦੂਰ ਕਿਤੇ ਹੁੰਦੇ ਹੀ ਨਹੀਂ, ਕਦੀ ਨਹੀਂ ਹੁੰਦੇ। ਨਾ ਗੁਰੂ ਤੋਂ ਦੂਰ ਹੁੰਦੇ ਨੇ, ਨਾ ਉਹਨਾਂ ਨੂੰ ਗੁਰੂ ਤੋਂ ਕੋਈ ਦੂਰ ਕਰ ਸਕਦਾ। ਤਾਂ ਉਹੀ ਤੇ ਯਕੀਨ ਨਾਲ ਪੜ੍ਹਦੇ ਨੇ ਨਾ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹਨੂੰ ਦੇਖੋ, ਵੈਸੇ ਬੋਲ ਦੇਣਾ, ਪੜ੍ਹ ਲੈਣਾ ਗੱਲ ਹੋਰ,
ਪਰ ਜਿਹਦਾ ਜੀਵਨ ਇਹੋ ਜਿਹਾ ਹੋਵੇ, ਅੰਦਰੋਂ ਵਿਸ਼ਵਾਸ ਨਾਲ ਬੋਲੇ, ਜਿਹਦਾ ਮਨ ਨਿਰਮਲ ਹੈ, ਉਹ ਯਕੀਨ ਨਾਲ ਪੜ੍ਹਦਾ, ਗੁਰ ਮਿਲੇ ਸੰਗ ਸਦਾ ਹੈ ਨਾਲੇ। ਉਹ ਬਿਲਕੁਲ ਨਹੀਂ ਡਰਦਾ, ਕਿਸੇ ਦੁੱਖ, ਕਿਸੇ ਔਕੜ, ਕਿਸੇ ਬਿਪਤਾ ਦੀ ਪਰਵਾਹ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੇਰੀ ਮਾਂ, ਮੇਰਾ ਪਿਓ, ਮੇਰਾ ਭੈਣ ਭਰਾ, ਰਿਸ਼ਤੇਦਾਰ ਮੈਨੂੰ ਜਿੱਥੇ ਕਿੱਥੇ ਨਹੀਂ ਛਡਾ ਸਕਦੇ। ਮੇਰਾ ਗੁਰੂ ਮੇਰੇ ਨਾਲ ਹੈ, ਮੈਨੂੰ ਜਿੱਥੇ ਕਿੱਥੇ ਛਡਾ ਲਏਗਾ, ਜਿੱਥੇ ਕਿੱਥੇ ਛਡਾ ਲਏਗਾ। ਇਹ ਦੁਨੀਆ ਦੀਆਂ ਬਿਪਤਾ ਚੋਂ ਹੀ ਨਹੀਂ, ਜਿੱਦਣ ਸਰੀਰ ਤਿਆਗ ਕੇ ਅੱਗੇ ਗਿਆ, ਹਰ ਦਰਗਹਿ ਕਾ ਬਸੀਠ ਬਣ ਕੇ ਮੇਰਾ ਗੁਰੂ ਮੈਨੂੰ ਉੱਥੇ ਵੀ ਛਡਾ ਲਏਗਾ। ਤੇ ਮੈਂ ਇਹਦੇ ਲਈ ਕੀ ਕਰਨਾ ਹੈ? ਮਨ ਨਿਰਮਲ, ਅੰਦਰ ਨੂੰ ਸਵਾਰਨਾ। ਆਪਾਂ ਲੱਗਿਆ ਬਾਹਰੋਂ ਸਵਾਰਨ ਨੂੰ, ਕੱਪੜੇ ਸੋਹਣੇ ਹੋਣ, ਦਿਖਾਵਾ ਚੰਗਾ ਹੋਵੇ, ਠਾਠਾ ਬਾਗਾ ਚੰਗਾ ਹੋਵੇ, ਲੋਕ ਮੇਰੇ ਕੱਪੜੇ ਵੇਖਣ, ਲੋਕ ਮੇਰੀ ਪਰਸਨੈਲਿਟੀ ਵੇਖਣ, ਲੋਕ ਮੇਰਾ ਸਟੈਂਡਰਡ ਵੇਖਣ, ਮੇਰੀ ਗੱਡੀ ਕਾਰ। ਕੱਖ ਨਹੀਂ ਹੈ, ਕੱਖ ਵੀ ਨਹੀਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਿਰਪਾ ਕਰਹਿ ਗਾਵਾਂ ਪ੍ਰਭ ਸੋਏ। ਇਹਦੇ ਦੋ ਪੱਖ ਨੇ। ਇੱਕ ਜਦੋਂ ਕਿਰਪਾ ਕਰਦਾ ਹੈ, ਫਿਰ ਮੈਂ ਉਹਦੇ ਗੁਣ ਗਾਉਣਾ। ਤੇ ਜੇ ਮੈਂ ਗੁਣ ਗਾ ਰਿਹਾ ਨਾ, ਤੇ ਮੈਨੂੰ ਮਾਣ ਨਹੀਂ ਕਿ ਮੈਂ ਗਾ ਰਿਹਾ, ਨਹੀਂ ਨਹੀਂ, ਤਾਂ ਗਾ ਰਿਹਾ ਜੇ ਉਹਨੇ ਕਿਰਪਾ ਕੀਤੀ। ਤੇ ਜਿੱਦਣ ਉਹਨੇ ਨਾਨਾ ਕਿਰਪਾ ਕੀਤੀ, ਉਹਨੇ ਮੈਨੂੰ ਖੁਆਰ ਕਰਨਾ ਹੋਇਆ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ। ਉਹਨੇ ਚੰਗਿਆਈ ਖੋਹ ਲਈ ਨਾ, ਖੁਆਰ ਕਰ ਦੇਗਾ ਮਿੰਟ 'ਚ। ਮੈਂ ਨਹੀਂ ਗਾ ਰਿਹਾ, ਜੇ ਮੈਂ ਗਾ ਰਿਹਾ ਉਹਦੀ ਕਿਰਪਾ ਨਾਲ ਗਾ ਰਿਹਾ। ਉਹਦੀ ਕਿਰਪਾ ਹੋਈ ਤੇ ਗਾ ਰਿਹਾ, ਜੇ ਗਾ ਰਿਹਾ ਤੇ ਉਹਦੀ ਕਿਰਪਾ ਨਾਲ ਗਾ ਰਿਹਾ। ਇਸੇ ਲਈ ਅਰਦਾਸ, ਵਾਰ-ਵਾਰ ਅਰਦਾਸ, ਵਾਰ-ਵਾਰ, ਸਤਿਗੁਰੂ ਤੂੰ ਕਿਰਪਾ ਕੀਤੀ, ਤੇਰੇ ਕਰਕੇ। ਜਿਸ ਨੂੰ ਤੂੰ ਜਾਣ ਆਹੇ ਸੋਈ ਜਨ ਜਾਣ, ਹਰ ਗੁਣ ਸਦ ਹੀ ਆਖ ਵਖਾਣ। ਲੱਖਾਂ ਹਜ਼ਾਰਾਂ ਲੋਕ ਨੇ ਅਜੇ ਤੱਕ ਸੁੱਤੇ ਨਹੀਂ ਉੱਠੇ। ਜੇ ਮੈਂ ਅੰਮ੍ਰਿਤ ਵੇਲੇ ਉੱਠ ਕੇ ਆ ਗਿਆ, ਮੇਰੀ ਤਾਕਤ ਨਹੀਂ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਤੁਸੀਂ ਕਿਰਪਾ ਕੀਤੀ ਹੈ, ਤੁਸੀਂ ਕਿਰਪਾ ਕੀਤੀ ਹੈ। ਆਪ ਜਗਾ ਕੇ ਇਹ ਦਾਤ ਝੋਲੀ 'ਚ ਪਾਈ। ਨਾਮ ਰਤਨ ਸਭ ਜਗ ਮਹਿ ਲੋਏ। ਪਰਮਾਤਮਾ ਦਾ ਨਾਮ ਐਸਾ ਰਤਨ ਕੀਮਤੀ, ਗਿਆਨ ਦਾ ਮੁਜੱਸਮਾ ਤੇ ਚਾਨਣ ਹੈ, ਜਿਹੜਾ ਕੇਵਲ ਮੇਰੇ ਹਿਰਦੇ 'ਚ ਹੀ ਨਹੀਂ, ਸਾਰੇ ਸੰਸਾਰ ਵਿੱਚ ਗਿਆਨ ਦਾ ਚਾਨਣ। ਲੋਏ, ਲੋ ਪੰਜਾਬੀ 'ਚ ਆਪਾਂ ਕਹਿੰਦੇ ਲੋ ਲਾਗੀ। ਲੋ ਮਾਨੇ ਪ੍ਰਕਾਸ਼, ਚਾਨਣਾ। ਗੁਰੂ ਦਾ ਸ਼ਬਦ ਸਾਰੇ ਸੰਸਾਰ ਨੂੰ ਪ੍ਰਕਾਸ਼ਮਾਨ ਕਰਨ ਦੀ ਸਮਰੱਥਾ ਰੱਖਦਾ। ਗੁਰਮੁਖ ਬਾਣੀ ਮਿੱਠੀ ਲਾਗੀ। ਮੈਂ ਬੜੀ ਵਾਰ ਹੱਥ ਜੋੜ ਕੇ ਬੇਨਤੀ ਕਰਦਾ ਹੁੰਦਾ, ਤੁਹਾਡਾ ਜੀਵਨ ਕਿਹੋ ਜਿਹਾ ਹੈ ਕਿਸੇ ਨੂੰ ਨਾ ਪੁੱਛੋ। ਬੜਾ ਵੱਡਾ ਨੁਕਸਾਨ ਹੋ ਜਾਏਗਾ ਤੁਹਾਡਾ। ਕਿਸੇ ਨੂੰ ਪੁੱਛੋਗੇ ਨਾ, ਨੁਕਸਾਨ ਹੋ ਜਾਏਗਾ। ਕਿਉਂਕਿ ਜੇ ਤੁਸੀਂ ਆਪਣਾ ਧਰਮ ਦੇ ਪੱਖ ਤੋਂ ਜੀਵਨ ਪੁੱਛਣਾ ਹੈ ਕਿ ਅਸੀਂ ਮਨਮੁਖਾਂ ਜਾਂ ਗੁਰਮੁਖਾਂ, ਚੰਗੇ ਆ ਮੰਦੇ ਆ, ਕੌਣ ਆ, ਤੇ ਬੜੀ ਸਿੱਧੀ ਜਿਹੀ ਗੱਲ ਹੈ ਕਿ ਤੁਸੀਂ ਧਰਮੀ ਲੋਕਾਂ ਤੋਂ ਪੁੱਛੋਗੇ। ਮੈਂ ਆਪਣੀ ਗੱਲ ਕਰਾਂ ਤੇ ਸਾਡੀ ਐਵੇਂ ਦੀ ਪੱਗ ਵੇਖ ਕੇ, ਸਾਡੇ ਲੰਬੇ ਲੰਬੇ ਚੋਲੇ ਵੇਖ ਕੇ, ਸਾਡੇ ਕੱਪੜਿਆਂ ਦਾ ਚਿੱਟਾ ਰੰਗ ਵੇਖ ਕੇ ਅਸੀਂ ਗੁਰੂ ਦੇ ਕੋਲ ਬਹਿੰਦੇ ਹਾਂ, ਸੋਨੇ ਦੀ ਪਾਲਕੀ ਲਾਗੇ ਬਹਿੰਦੇ ਹਾਂ, ਸੋਨੇ ਦੇ ਮਹਾਰਾਜ ਜੀ ਨੂੰ ਚੌਰ ਸਾਹਿਬ ਕਰਦੇ ਹਾਂ, ਪਾਤਸ਼ਾਹ ਜੀ ਦੀ ਤਾਬਿਆ ਬਹਿੰਦੇ ਹਾਂ। ਸੁਭਾਵਕ ਹੈ ਤੁਸੀਂ ਸਾਡੇ ਕੋਲੋਂ ਪੁੱਛੋਗੇ। ਤੁਸੀਂ ਦੱਸੋ ਅਸੀਂ ਗੁਰਮੁਖਾਂ ਕਿ ਮਨਮੁਖਾਂ? ਇੱਥੇ ਆ ਕੇ ਤੁਹਾਡਾ ਨੁਕਸਾਨ ਹੋ ਜਾਏਗਾ। ਜੇ ਤੁਸੀਂ ਇਹ ਗਲਤੀ ਕਰ ਲਈ ਨਾ ਤੇ ਨੁਕਸਾਨ ਹੋ ਜਾਏਗਾ। ਮੈਂ ਇਸ ਲਈ ਬੇਨਤੀ ਕਰ ਰਿਹਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ। ਮੇਰਾ ਗੁਰੂ ਨਹੀਂ ਚਾਹੁੰਦਾ ਕਿਸੇ ਦਾ ਨੁਕਸਾਨ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤੇ ਤੁਹਾਡਾ ਭਲਾ ਇਹਦੇ 'ਚ ਹੈ ਵੀ ਕਿਸੇ ਨੂੰ ਪੁੱਛਿਓ ਨਾ। ਕਿਉਂਕਿ ਜੇ ਤੁਸੀਂ ਪੁੱਛਿਆ ਨਾ ਤੇ ਮੈਂ ਤੁਹਾਨੂੰ ਮਨਮੁਖ ਜਾਂ ਗੁਰਮੁਖ ਪਤਾ ਕਿਸ ਹਿਸਾਬ ਨਾਲ ਦੱਸਣਾ ਕਿ ਤੁਸੀਂ ਮੈਨੂੰ ਪੈਸੇ ਕਿੰਨੇ ਦਿੰਦੇ ਹੋ, ਤੁਸੀਂ ਮੈਨੂੰ ਲਿਫਾਫਾ ਕੀ ਦਿੰਦੇ ਹੋ,
ਤੁਸੀਂ ਜਿਹੋ ਜਿਹਾ ਲਿਫਾਫਾ ਜਿੰਨਾ ਭਾਰਾ ਦਿਓਗੇ ਮੈਂ ਤੁਹਾਨੂੰ ਓਨਾ ਹੀ ਗੁਰਮੁਖ ਬਣਾ ਦੇਣਾ ਹੈ। ਤੇ ਮੇਰਾ ਇਹਦੇ 'ਚ ਕੁਝ ਵੀ ਨਹੀਂ ਜਾਣਾ, ਮੇਰਾ ਤੇ ਫਾਇਦਾ ਹੋ ਗਿਆ, ਮੈਂ ਤੇ ਤੁਹਾਡੇ ਕੋਲ ਪੈਸੇ ਲੈ ਲਏ। ਪਰ ਤੁਸੀਂ ਇਸ ਭੁਲੇਖੇ 'ਚ ਜ਼ਿੰਦਗੀ ਬਰਬਾਦ ਕਰ ਬੈਠੋਗੇ ਕਿ ਭਾਈ ਨੂੰ ਪੈਸੇ ਦਿੱਤੇ, ਭਾਈ ਨੇ ਤੇ ਅਰਦਾਸ ਵੀ ਕੀਤੀ ਕਿ ਤੁਹਾਡੇ ਦਰ ਘਰ ਦਾ ਗੁਰਮੁਖ ਪਰਿਵਾਰ, ਗੁਰੂ ਨਾਲ ਜੁੜਿਆ ਪਰਿਵਾਰ, ਅਨੰਨ ਸਿੱਖ, ਪਤਾ ਨਹੀਂ ਕੀ ਕੁਝ। ਪਰ ਉਸ ਭੁਲੇਖੇ ਨੇ, ਇਸ ਮਿੱਠੀ ਜ਼ਹਿਰ ਨੇ ਤੁਹਾਡਾ ਜੀਵਨ ਖਰਾਬ ਕਰ ਦੇਣਾ। ਇਹ ਭੁਲੇਖਾ ਲੈ ਕੇ ਤੁਸੀਂ ਚਲੇ ਜਾਓਗੇ ਤੇ ਤੁਸੀਂ ਖੱਟਣਾ ਕੁਝ ਵੀ ਨਹੀਂ, ਕਿਉਂਕਿ ਭਾਈ ਨੇ ਜੋ ਕਿਹਾ ਕਿਸੇ ਨੂੰ ਨਹੀਂ ਪੁੱਛਣਾ, ਕਿਸੇ ਨੂੰ ਨਹੀਂ ਪੁੱਛਣਾ। ਤੁਸੀਂ ਮਨਮੁਖ ਹੋ, ਗੁਰਮੁਖ ਖੁਦ ਨਿਰਣਾ ਕਰੋ। ਮੇਰੇ ਵਿਦਿਆ ਦਾਤੇ ਉਸਤਾਦ ਅੱਜ ਉਹ ਸਰੀਰ ਕਰਕੇ ਦੁਨੀਆ 'ਚ ਨਹੀਂ, ਉਹਨਾਂ ਦੇ ਚਰਨਾਂ ਤੇ ਨਮਸਕਾਰ, ਜਿਨ੍ਹਾਂ ਨੇ 4 ਅੱਖਰ ਦੇ ਕੇ ਰੋਟੀ ਜੋਗੇ ਕੀਤਾ। ਉਹਨਾਂ ਨੇ ਇੱਕ ਬਚਨ ਕਿਹਾ ਸੀ ਮੈਨੂੰ, ਉਹਨੇ ਕਿਹਾ ਅੰਗਰੇਜ਼ ਇਸ ਗੱਲ ਦੇ ਨਾਲ ਇਹ ਕਥਾ ਤੇਰਾ ਕਿੱਤਾ ਹੈ, ਇਹ ਤੇਰਾ ਧੰਦਾ ਵੀ ਹੈ ਤੇ ਧਰਮ ਵੀ ਹੈ। ਧਰਮ ਦੇ ਪੱਖ ਤੋਂ ਵੀ ਇਹਦੇ ਨਾਲ ਇਮਾਨਦਾਰੀ ਰੱਖੀ ਤੇ ਧੰਦੇ ਦੇ ਪੱਖ ਤੋਂ ਵੀ ਇਮਾਨਦਾਰੀ ਰੱਖੀ ਤੇ ਆਪਣੀ ਗੱਲ ਦਾ ਨਿਰਣਾ ਆਪ ਕਰੀ। 4 ਲੋਕਾਂ ਨੇ ਕਿਹਾ ਕਥਾ ਬਹੁਤ ਵਧੀਆ ਕਰਦਾ, ਝੂਠ ਹੋਏਗਾ। ਤੇਰਾ ਮੂੰਹ ਵੇਖ ਕੇ ਕਿਸੇ ਨੇ ਸਾਹਮਣੇ ਕਹਿਤਾ ਹੋਏਗਾ। 4 ਲੋਕਾਂ ਨੇ ਕਿਹਾ ਨਹੀਂ ਨਹੀਂ ਤੂੰ ਕਥਾ ਵਧੀਆ ਨਹੀਂ ਕਰਦਾ, ਕਿਸੇ ਨੇ ਈਰਖਾ ਕਰਕੇ ਕਹਿਤਾ ਹੋਏਗਾ। ਤੂੰ ਨਿਰਣਾ ਖੁਦ ਆਪਣਾ ਆਪ ਕਰਨਾ। ਜੇ ਤੂੰ ਆਪਣਾ ਨਿਰਣਾ ਆਪ ਨਾ ਕਰ ਸਕਿਆ ਤੂੰ ਜ਼ਿੰਦਗੀ 'ਚ ਫੇਲ ਹੋਏਗਾ। ਔਰ ਮੈਨੂੰ ਉਦੋਂ ਇਹ ਗੱਲ ਸਮਝ ਨਾ ਆਈ ਜੀਵਨ ਦਾ ਕਿ ਜਿਵੇਂ ਜਿਵੇਂ ਤਜਰਬਾ ਹੋਇਆ ਤੇ ਹੁਣ ਜਦੋਂ ਇਹ ਗੱਲ ਯਾਦ ਆਉਂਦੀ ਨਮਸਕਾਰ ਕਰੀਦੀ। ਕੈਸਾ ਕੀਮਤੀ ਬਚਨ ਉਹਨਾਂ ਕਿਹਾ, ਨਿਰਣਾ ਆਪ ਕਰੋ, ਆਪਣੀ ਗੱਲ ਦਾ ਨਿਰਣਾ ਆਪ ਕਰੋ, ਆਪਣਾ ਜੀਵਨ ਆਪ, ਆਪਣਾ ਸੀਸਾ ਆਪ ਵੇਖੋ। ਜਿਵੇਂ ਆਪਣਾ ਚਿਹਰਾ ਆਪ ਵੇਖਣ ਲਈ ਸੀਸੇ ਅੱਗੇ ਖਲੋਨੇ ਆ, ਮਨ ਕਿਹੋ ਜਿਹਾ, ਦਿਲ ਕਿਹੋ ਜਿਹਾ, ਅੰਦਰ ਕਿਹੋ ਜਿਹਾ, ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ। ਆ ਪੰਕਤੀ ਵਿਚਾਰ ਲਿਓ, ਗੁਰਮੁਖ ਬਾਣੀ ਮਿੱਠੀ ਲੱਗੀ। ਗੁਰੂ ਦੀ ਬਾਣੀ ਤੁਹਾਨੂੰ ਮਿੱਠੀ ਲੱਗਦੀ ਹੈ ਕਿ ਨਹੀਂ ਲੱਗਦੀ, ਖੁਦ ਨਿਰਣਾ ਕਰ ਲਿਓ। ਜੇ ਤੇ ਤੁਹਾਨੂੰ ਮਿੱਠੀ ਲੱਗਦੀ ਹੈ ਤੇ ਮਹਾਰਾਜ ਕਹਿੰਦੇ ਗੁਰਮੁਖ, ਉਹ ਗੁਰਮੁਖ। ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਹਨੂੰ ਮਿੱਠੀ ਲੱਗੀ ਉਹ ਗੁਰਮੁਖ, ਤੇ ਜਿਹਨੂੰ ਬਾਣੀ ਮਿੱਠੀ ਨਹੀਂ ਲੱਗਦੀ ਉਹ ਮਨਮੁਖ। ਸੌਖਾ ਨਿਰਣਾ ਆਪੇ ਕਰੋ। ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ਼। ਤੁਹਾਡੇ ਤੇ ਗੁਰੂ ਦੇ ਵਿਚਾਲੇ ਮਹਾਰਾਜ ਕਹਿੰਦੇ ਕੋਈ ਵਿਚੋਲਗੀ ਨਹੀਂ ਕਰ ਸਕਦਾ, ਕੋਈ ਵਿਚੋਲਗੀ ਨਹੀਂ ਕਰ ਸਕਦਾ। ਇਹ ਤੁਹਾਨੂੰ ਆਪਣਾ ਆਪ ਹੀ ਕਰਨਾ ਪੈਣਾ ਹੈ, ਕੋਈ ਵਿਚੋਲਗੀ ਨਹੀਂ ਕਰ ਸਕਦਾ। ਬੱਚਾ ਪੜ੍ਹਦਾ ਨਾ, ਉਹਨੂੰ ਉਸਤਾਦ ਪੜ੍ਹਾਉਂਦਾ, ਟੀਚਰ ਪੜ੍ਹਾਉਂਦਾ, ਮਿਹਨਤ ਕਰਦਾ, ਪਰ ਜਿੱਦਣ ਉਹਨੇ ਪੇਪਰਾਂ 'ਚ ਬਹਿਣਾ ਹੈ ਨਾ, ਉੱਥੇ ਉਹਨੇ ਆਪ ਪੇਪਰ ਦੇਣਾ ਹੈ। ਉੱਥੇ ਕੋਈ ਉਹਦਾ ਉਸਤਾਦ, ਕੋਈ ਟੀਚਰ ਨਾਲ ਬਹਿ ਕੇ ਨਹੀਂ ਦੱਸ ਸਕਦਾ ਪੁੱਤ ਇੱਦਾਂ ਨਹੀਂ ਤੇ ਇੱਦਾਂ ਕਰ, ਆਪ ਕਰਨਾ। ਕੋਈ ਵਿਚੋਲਗੀ ਨਹੀਂ ਕਰ ਸਕਦਾ। ਆਪ ਨਿਰਣਾ ਕਰ ਲਈਏ ਸੇਵਾ ਚੰਗੀ ਲੱਗਦੀ ਕਿ ਨਹੀਂ, ਗੁਰੂ ਘਰ ਆਉਣਾ ਚੰਗਾ ਲੱਗਦਾ ਕਿ ਨਹੀਂ, ਦਸਤਾਰ ਚੰਗੀ ਲੱਗਦੀ ਕਿ ਟੋਪੀ, ਟੋਪੀ ਚੰਗੀ ਲੱਗਦੀ ਹੈ ਤੇ ਮਨਮੁਖ ਹੈ, ਦਸਤਾਰ ਨਾਲ ਪਿਆਰ ਤੇ ਗੁਰਮੁਖ ਹੈ। ਪਰਿਵਾਰ ਵਿੱਚ ਹਿੰਦੀ ਬੋਲਦੇ ਹੋ ਕਿ ਗੁਰਮੁਖੀ ਬੋਲਦੇ ਹੋ ਤੇ ਤੁਹਾਨੂੰ ਗੁਰੂ ਦੀ ਲਿਪੀ ਨਹੀਂ ਚੰਗੀ ਲੱਗਦੀ, ਤੁਹਾਨੂੰ ਗੁਰੂ ਦੀ ਲਿਪੀ ਨਾਲ ਨਫ਼ਰਤ ਤੇ ਮਨਮੁਖ ਹੋ। ਆਪਣਾ ਨਿਰਣਾ ਆਪ ਕਰੋ। ਗੁਰੂ ਦੀ ਰਹਿਤ ਨਹੀਂ ਚੰਗੀ ਲੱਗਦੀ, ਮਨਮੁਖ ਹੋ। ਮੈਂ ਮਨਮੁਖ ਹਾਂ, ਮੈਨੂੰ ਪੰਜਾਬੀ ਬੋਲੀ ਨਾਲ ਪਿਆਰ ਨਹੀਂ, ਮਨਮੁਖ ਹਾਂ। ਮੈਂ ਹਿੰਦੀ ਬੋਲਣਾ ਹੈ, ਮੇਰੇ ਨਿਆਣੇ ਹਿੰਦੀ ਬੋਲਦੇ ਨੇ, ਸਾਡੇ ਘਰ 'ਚ ਪੰਜਾਬੀ ਦੇ ਅੱਖਰਾਂ ਤੋਂ ਨਫ਼ਰਤ ਹੈ, ਮੇਰਾ ਸਾਰਾ ਪਰਿਵਾਰ ਮਨਮੁਖ ਹੈ। ਆਪ ਨਿਰਣਾ ਕਰ ਲਓ, ਮੰਨ ਲਓ। ਸਾਡੇ ਪਰਿਵਾਰ 'ਚ ਕਿਸੇ ਨੂੰ ਬਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ, ਮਿੱਠੀ ਨਹੀਂ ਲੱਗਦੀ, ਕੋਈ ਵੀ ਰਸ ਨਾ ਮਿਠਾਸ ਨਾ ਬਾਣੀ ਨਹੀਂ ਪੜ੍ਹਦਾ, ਸਾਰਾ ਟੱਬਰ ਮਨਮੁਖਾਂ ਦਾ। ਪੈਸਾ ਪਰੇ ਕਰ ਦਿਓ, ਕੋਠੀਆਂ ਪਰੇ ਕਰ ਦਿਓ, ਦੁਨਿਆਵੀ ਰੁਤਬੇ ਉਹਦੇ ਪਰੇ ਕਰ ਦਿਓ, ਤੁਸੀਂ ਕੌਣ ਹੋ ਕੌਣ ਨਹੀਂ। ਗੁਰੂ ਦੀ ਕਸਵੱਟੀ ਸਭ ਲਈ ਇੱਕੋ ਜੀ ਹੈ, ਮੇਰੇ ਲਈ, ਤੁਹਾਡੇ ਲਈ, ਗਰੀਬ ਅਮੀਰ ਸਭ ਲਈ ਇੱਕੋ ਜੀ। ਗੁਰੂ ਦੀ ਗੱਲ ਮਿੱਠੀ ਲੱਗਦੀ ਕਿ ਨਹੀਂ, ਸੌਖੀ ਗੱਲ ਲੱਗਦੀ ਹੈ, ਗੁਰਮੁਖ ਹੈ, ਨਹੀਂ ਲੱਗੀ ਮਨਮੁਖ ਹੈ। ਪੱਗ ਨਾਲ ਪਿਆਰ ਨਹੀਂ, ਪੰਜਾਬੀ ਮਾਂ ਬੋਲੀ ਨਾਲ ਪਿਆਰ ਨਹੀਂ, ਕਕਾਰਾਂ ਨਾਲ ਪਿਆਰ ਨਹੀਂ, ਅੰਮ੍ਰਿਤ ਵੇਲੇ ਨਾਲ ਪਿਆਰ ਨਹੀਂ, ਕੇਸਾਂ ਨਾਲ ਪਿਆਰ ਨਹੀਂ, ਗੁਰੂ ਦੀ ਪਾਵਨ ਬਾਣੀ ਨਾਲ, ਗੁਰੂ ਘਰ ਦੀ ਸੇਵਾ ਨਾਲ ਪਿਆਰ ਨਹੀਂ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ, ਤੂੰ ਮਨਮੁਖ ਦੀ ਕੈਟੇਗਰੀ 'ਚ ਖਲੋਤਾ ਹੈ। ਗੁਰੂ ਨਾਲ ਪਿਆਰ ਹੈ,
ਬਾਣੀ ਨਾਲ ਪਿਆਰ ਹੈ, ਸੇਵਾ ਨਾਲ ਪਿਆਰ ਹੈ, ਅੰਮ੍ਰਿਤ ਵੇਲੇ ਨਾਲ ਪਿਆਰ ਹੈ, ਨਿਤਨੇਮ ਨਾਲ ਪਿਆਰ ਹੈ, ਪੱਗ ਨਾਲ ਪਿਆਰ ਹੈ, ਆਪਣੀ ਮਾਂ ਬੋਲੀ ਬੋਲਣ 'ਚ ਮੈਨੂੰ ਫਖਰ ਮਹਿਸੂਸ ਹੁੰਦਾ ਹੈ, ਕੇਸਾਂ ਨਾਲ ਪਿਆਰ ਹੈ, ਕੇਸ ਗੁਰੂ ਦੀ ਮੋਹਰ ਜਾਣਦਾ ਹੈ। ਸਾਹਿਬ ਕਹਿੰਦੇ ਗੁਰਮੁਖ ਹੈ, ਕਿਹਦੇ ਤੋਂ ਪੁੱਛਣ ਦੀ ਲੋੜ ਹੈ? ਨਿਰਣਾ ਆਪ ਕਰਨਾ। ਆਪਾਂ ਇਹ ਨਿਰਣਾ ਆਪਣਾ ਆਪ ਕਰਨਾ। ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਰਾਹੀਂ ਜਦੋਂ ਬਖਸ਼ਿਸ਼ ਹੁੰਦੀ ਹੈ ਨਾ, ਫਿਰ ਬਾਣੀ ਮਿੱਠੀ ਲੱਗਦੀ ਹੈ। ਅੰਤਰ ਬਿਕਸੈ ਅੰਤਰ ਬਿਕਸੈ ਅਨ ਦਿਨ ਲਿਵ ਲਾਗੀ। ਜਦੋਂ ਉਹਦੀ ਲਿਵ ਲੱਗ ਜਾਂਦੀ ਹੈ ਨਾ, ਸੁਰਤ ਬਾਣੀ ਨਾਲ ਜੁੜ ਜਾਂਦੀ ਹੈ, ਉਹਦੇ ਅੰਦਰ ਖੇੜਾ ਆ ਜਾਂਦਾ। ਖੇੜਾ ਜਿਹਨੂੰ ਆਪਾਂ ਕਿ ਸ਼ਬਦ ਵਰਤਦੇ ਹਾਂ, ਪਰ ਅਜੇ ਝੂਠਾ ਵਰਤਦੇ ਹਾਂ। ਝੂਠ ਹੈ ਉਹਦੇ 'ਚ। ਸਾਨੂੰ ਕੋਈ ਪੁੱਛਦਾ ਕੀ ਹਾਲ ਹੈ ਜੀ, ਆਪਾਂ ਕਹਿੰਦੇ ਚੜ੍ਹਦੀ ਕਲਾ। ਇਹ ਝੂਠ ਹੁੰਦਾ। ਅੰਦਰੋਂ ਸੜੇ ਹੁੰਦੇ ਆ, ਦੁਖੀ ਹੁੰਦੇ ਆ, ਕਲਪੇ ਹੁੰਦੇ ਆ, ਉੱਤੋਂ ਝੂਠ ਬੋਲਦੇ ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਕਿਹਦੀ ਹੈ? ਨਾਨਕ ਨਾਮ ਚੜ੍ਹਦੀ ਕਲਾ। ਚੜ੍ਹਦੀ ਕਲਾ ਤੇ ਉਹਦੀ ਜਿਹਦੀ ਅੰਦਰੋਂ ਨਾਮ ਨਾਲ ਲਿਵ ਲੱਗ ਗਈ। ਉਹ ਚਰਖੜੀਆਂ ਤੇ ਵੀ ਚੜ੍ਹਦੀ ਕਲਾ, ਆਰਿਆਂ ਥੱਲੇ ਵੀ ਚੜ੍ਹਦੀ ਕਲਾ, ਭੁੱਖ 'ਚ ਵੀ, ਦੁੱਖ 'ਚ ਵੀ, ਗਰੀਬੀ 'ਚ ਵੀ, ਹਰ ਇੱਕ ਥਾਂ ਚੜ੍ਹਦੀ ਕਲਾ। ਰਾਜ ਦੇ ਤਖਤ ਤੇ ਬੈਠਿਆਂ ਵੀ ਚੜ੍ਹਦੀ ਕਲਾ, ਭੀਖ ਮੰਗਦਿਆਂ ਵੀ ਚੜ੍ਹਦੀ ਕਲਾ। ਤੂੰ ਮੇਰੇ ਨਾਲ ਹੈ ਨਾ। ਅੰਦਰ ਖੇੜੇ 'ਚ ਆ ਜਾਂਦਾ ਜਦੋਂ ਉਹਦੇ ਨਾਲ ਲਿਵ ਲੱਗ ਜਾਏ। ਸਹਿਜੇ ਸੱਚ ਮਿਲਿਆ ਪ੍ਰਸਾਦੀ। ਕਿਸ ਤਰ੍ਹਾਂ? ਰੱਬ ਕਿਸ ਤਰ੍ਹਾਂ ਮਿਲਿਆ? ਬਹੁਤੇ ਪੈਸੇ ਦੇ ਕੇ? ਨਾ ਨਾ ਨਾ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੂਲ। ਪ੍ਰਸਾਦੀ ਸੌਖਾ। ਇੱਕ ਓਅੰਕਾਰ ਦੀ ਪ੍ਰਾਪਤੀ ਦਾ ਤਰੀਕਾ ਕੀ ਹੈ? ਇੱਕੋ ਤਰੀਕਾ, ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ, ਹੋਰ ਕੋਈ ਨਹੀਂ ਜੇ। ਉਹਦੀ ਕਿਰਪਾ ਨਾਲ ਮਿਲਿਆ, ਤੇ ਜਦੋਂ ਮਿਲਿਆ ਉਹਦੀ ਕਿਰਪਾ ਹੀ ਫਿਰ ਸਹਿਜ ਨਾਲ ਮਿਲ ਗਿਆ। ਸਹਿਜ ਸੁਖ ਹੈ ਨਹੀਂ। ਸਤਿਗੁਰ ਪਾਇਆ ਪੂਰਾ ਵਡਭਾਗੀ। ਜਦੋਂ ਪੂਰਾ ਮਿਲ ਗਿਆ, ਵੱਡੀਆਂ ਭਾਗਾਂ ਵਾਲੇ ਹੋ ਗਏ। ਵੱਡੀਆਂ ਭਾਗਾਂ ਵਾਲੇ ਹੋਏ ਤੇ ਪੂਰਾ ਮਿਲਿਆ, ਪੂਰਾ ਮਿਲਿਆ ਤੇ ਵੱਡੀਆਂ ਭਾਗਾਂ ਵਾਲੇ ਹੋ ਗਏ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜ੍ਹਤੇ ਆ। ਹਾਂ ਮੈਂ ਮਮਤਾ ਦੁਰਮਤ ਦੁੱਖ ਨਾਸ। ਹੁਣ ਕੀ ਹੋਇਆ? ਅੰਦਰੋਂ ਹਉਮੈ ਚਲੇਗੀ, ਮਮਤਾ ਚਲੇਗੀ, ਜਿੱਥੇ ਜਿੱਥੇ ਮੋਹ ਪਿਆ। ਦੁਰਮਤ ਭੈੜੀ ਮੱਤ ਚਲੇਗੀ, ਕਿਉਂਕਿ ਭੈੜੀ ਮੱਤ ਦਾ ਤੇ ਕੋਈ ਵਜੂਦ ਹੈ ਹੀ ਨਹੀਂ ਸੀ। ਗੁਰਮਤ ਦੀ ਅਣਹੋਂਦ ਹੀ ਦੁਰਮਤ ਹੈ। ਦੁਰਮਤ ਕੁਝ ਵੀ ਨਹੀਂ ਹੈ। ਹੋਰ ਗੁਰਮਤ ਦੀ ਅਣਹੋਂਦ ਹੀ ਦੁਰਮਤ ਹੈ। ਹਨੇਰਾ ਆਪਾਂ ਕਹਿੰਦੇ ਨਾ, ਹਨੇਰਾ, ਹਨੇਰਾ ਕੁਝ ਵੀ ਨਹੀਂ ਹੈ। ਹਨੇਰਾ ਨਹੀਂ ਹੈ। ਚਾਨਣੇ ਦਾ ਨਾ ਹੋਣਾ ਹੀ ਹਨੇਰਾ ਹੈ। ਪ੍ਰਕਾਸ਼ ਦਾ ਨਾ ਹੋਣਾ ਹੀ ਹਨੇਰਾ ਹੈ। ਪ੍ਰਕਾਸ਼ ਦੀ ਅਣਹੋਂਦ ਹੀ ਹਨੇਰਾ ਹੈ। ਕਿਸੇ ਨੇ ਆਖਿਆ ਇੱਥੇ ਹਨੇਰਾ ਹੈ, ਮੈਂ ਟਾਰਚ ਜਗਾਈ, ਆਖਿਆ ਦੱਸੀ ਕਿੱਥੇ ਆ? ਟਾਰਚ ਜਗਾਈ, ਦੱਸ ਕਿੱਥੇ ਆ? ਹੁਣ ਟਾਰਚ ਜਗੀ ਤੇ ਕਿਤੇ ਵੀ ਨਹੀਂ। ਹਨੇਰਾ ਤੇ ਹੈ ਹੀ ਨਹੀਂ। ਸਿਰਫ ਪ੍ਰਕਾਸ਼ ਨਹੀਂ ਸੀ। ਆਹ ਕਹੋ ਵੀ ਪ੍ਰਕਾਸ਼ ਨਹੀਂ ਸੀ। ਪ੍ਰਕਾਸ਼ ਦੀ ਅਣਹੋਂਦ ਹੀ ਹਨੇਰਾ ਹੈ। ਗਿਆਨ ਦੀ ਅਣਹੋਂਦ ਹੀ ਅਗਿਆਨਤਾ ਹੈ। ਗੁਰਮਤ ਦੀ ਅਣਹੋਂਦ ਹੀ ਦੁਰਮਤ ਹੈ। ਔਰ ਜਿੱਦਣ ਗੁਰਮਤ ਆ ਗਈ, ਦੁਰਮਤ ਰਹੀ ਨਾ। ਦੁਰਮਤ ਦਾ ਨਾਸ ਹੋ ਗਿਆ। ਦੁੱਖਾਂ ਦਾ, ਦੁਰਮਤ ਦਾ, ਹਉਮੈ ਦਾ, ਮਮਤਾ ਨਾਸ ਹੋ ਗਈ। ਜਬ ਹਿਰਦੇ ਰਾਮ ਨਾਮ ਗੁਣਤਾਸ। ਜਦੋਂ ਗੁਣਾਂ ਦਾ ਖਜ਼ਾਨਾ ਰੱਬ ਦਾ ਨਾਮ ਹਿਰਦੇ ਦਾ ਸ਼ਿੰਗਾਰ ਬਣ ਗਿਆ। ਰੱਬ ਦਾ ਨਾਮ ਹਿਰਦੇ ਰੂਪੀ ਸੇਜਾ ਤੇ ਟਿਕ ਗਿਆ। ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ। ਇਹ ਬਖਸ਼ਿਸ਼ ਉਹਨੂੰ ਪ੍ਰਾਪਤ ਹੋਈ, ਗੁਰੂ ਨੇ ਜਿਹਦੀ ਅਕਲ ਵਿੱਚ, ਜਿਹਦੀ ਬੁੱਧ ਵਿੱਚ ਇਹ ਗਿਆਨ ਦਾ ਚਾਨਣ ਕਰ ਦਿੱਤਾ। ਜਬ ਹਿਰਦੇ ਰਵਿਆ ਚਰਨ ਨਿਵਾਸ। ਹਿਰਦੇ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋਇਆ। ਚਰਨਾਂ ਦਾ ਨਿਵਾਸ ਭਾਵ ਗੁਰੂ ਦੇ ਸ਼ਬਦ ਦਾ, ਉਹਦੀ ਯਾਦ ਦਾ ਹਿਰਦੇ 'ਚ ਨਿਵਾਸ ਹੋ ਗਿਆ। ਜਿਸ ਨਾਮ ਦੇ ਸੋਈ ਜਨ ਪਾਏ। ਇਹ ਅਮੋਲਕ ਦਾਤ ਪਰਮੇਸ਼ਰ ਦੀ ਪ੍ਰਾਪਤੀ ਦੀ ਕਿਹਨੂੰ ਪ੍ਰਾਪਤ ਹੋ ਗਈ? ਜਿਹਨੂੰ ਮੇਰੇ ਗੁਰੂ ਨੇ ਪਰਮੇਸ਼ਰ ਦਾ ਨਾਮ ਦਿੱਤਾ। ਜਿਹਨੂੰ ਗੁਰੂ ਨੇ ਦਿੱਤਾ ਉਹਨੂੰ ਮਿਲਿਆ। ਤਾਂ ਹੀ ਤੇ ਅਰਦਾਸ ਹੈ ਨਾ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਹਦੇ ਨਾਲੋਂ ਚੰਗੀ ਹੋਰ ਕੋਈ ਅਰਦਾਸ ਨਹੀਂ ਹੋ ਸਕਦੀ। ਜਿਹੜੀ ਆਪਾਂ ਹੋਰ ਕਰਦੇ ਕਰਾਉਂਦੇ ਨਾ, ਰੱਟੇ ਪਿੱਟੇ ਪੁਰਾਣੇ, ਉਹ ਕੁਝ ਵੀ ਨਹੀਂ।
ਸਭ ਤੋਂ ਉੱਤਮ ਅਰਦਾਸ ਆ ਹੈ ਜੋ ਗੁਰੂ ਨੇ ਸਾਨੂੰ ਦਿੱਤੀ। ਜਿਸ ਨਾਮ ਦੇ ਸੋਈ ਜਨ ਪਾਏ, ਜਿਹਨੂੰ ਗੁਰੂ ਨੇ ਨਾਮ ਦੀ ਦਾਤ ਦਿੱਤੀ ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ। ਗੁਰਮੁਖ ਮੇਲੇ ਆਪ ਗਵਾਏ। ਜਦੋਂ ਉਹਦਾ ਮਿਲਾਪ ਹੋ ਗਿਆ, ਆਪਾ ਭਾਵ ਖਤਮ ਹੋ ਗਿਆ। ਆਪਾ ਭਾਵ ਖਤਮ ਹੋਇਆ ਤੇ ਗੁਰੂ ਦਾ ਮਿਲਾਪ ਹੋ ਗਿਆ। ਇਹ ਦੋਨੋਂ ਪੱਖ ਨਾਲ ਨਾਲ ਚੱਲਦੇ ਨੇ। ਹਿਰਦੇ ਸਾਚਾ ਨਾਮ ਵਸਾਏ। ਹਿਰਦਾ ਹੋ ਗਿਆ ਨਿਰਮਲ, ਸ਼ੁੱਧ, ਪਾਕ, ਪਵਿੱਤਰ। ਤੇ ਪਰਮਾਤਮਾ ਨੂੰ ਕੀ ਚਾਹੀਦਾ? ਉਹਨੂੰ ਤੇ ਪਵਿੱਤਰ ਹਿਰਦਾ ਚਾਹੀਦਾ। ਬਾਬਾ ਲਹਿਣਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਬੇਨਤੀ ਕੀਤੀ, ਬਾਬਾ ਆਪਣੇ ਘਰ ਰਹਿਣ ਲਈ ਥਾਂ ਦੇ ਦੇ। ਤੇ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ, ਆ ਜਾ, ਪਰ ਯਾਦ ਰੱਖੀ ਅੱਜ ਤੈਨੂੰ ਆਪਣੇ ਘਰ ਰਹਿਣ ਨੂੰ ਥਾਂ ਦੇਣਾ ਹੈ। ਜਿਸ ਦਿਨ ਮੈਨੂੰ ਰਹਿਣ ਵਾਸਤੇ ਥਾਂ ਚਾਹੀਦਾ ਹੋਇਆ ਤੇ ਉਸ ਦਿਨ ਮੈਨੂੰ ਤੂੰ ਆਪਣੇ ਘਰ ਵਿੱਚ ਥਾਂ ਦੇਈਂ। ਭਾਵ ਕੀ ਸੀ? ਹਿਰਦਾ ਇਹੋ ਜਿਹਾ ਕਰ ਲਈ ਮੇਰੇ ਘਰ ਵਿੱਚ ਰਹਿ ਕੇ ਕਿ ਤੇਰੇ ਹਿਰਦੇ ਵਿੱਚ ਮੈਂ ਟਿਕ ਸਕਾਂ। ਹਿਰਦੇ ਸਾਚਾ ਨਾਮ ਵਸਾਏ। ਸੱਚਾ ਨਾਮ ਜਦੋਂ ਹਿਰਦੇ 'ਚ ਵਸ ਗਿਆ, ਨਾਨਕ ਸਹਿਜੇ ਸਾਚ ਸਮਾਏ। ਸੁਖੈ ਨ ਸੁਤੇ ਸਿਧ ਹੀ। ਇਹ ਬੂੰਦ ਫਿਰ ਸਾਗਰ ਵਿੱਚ, ਸਮੁੰਦਰ 'ਚ ਸਮਾ ਜਾਂਦੀ ਹੈ। ਇਹ ਜੀਵਨ ਪਰਮ ਜੀਵਨ ਵਿੱਚ ਮਿਲ ਜਾਂਦਾ ਹੈ। ਇਹ ਆਤਮਾ ਪਰਮ ਆਤਮਾ ਦੇ ਨਾਲ ਮਿਲ ਜਾਂਦੀ ਹੈ ਤੇ ਜੀਵਨ ਦੇ ਤਮਾਮ ਦੁੱਖ ਗੁਰੂ ਕੱਟ ਕੇ ਜੀਵਨ ਨੂੰ ਸਹਿਜ ਵਿੱਚ, ਪਿਆਰ ਵਿੱਚ, ਗੁਰੂ ਦੀ ਮੱਤ ਅਨੁਸਾਰ ਸਾਰੇ ਰਸਤੇ ਸੁਖਾਲੇ ਕਰਕੇ ਸਤਿਗੁਰੂ ਪਾਤਸ਼ਾਹ ਜੀਵਨ ਦਾ ਰਸਤਾ ਇੰਨਾ ਸੌਖਾ ਕਰ ਦਿੰਦਾ ਵੀ ਹਰ ਇੱਕ ਥਾਂ ਤੇ ਗੁਰੂ ਨਾਲ ਆਪ ਅੰਗ ਸੰਗ ਸਹਾਈ ਹੋ ਕੇ ਗੁਰੂ ਲਾਜ ਰੱਖਦਾ। ਪਰ ਸਿੱਖ ਆਪਣੇ ਜੀਵਨ ਨੂੰ ਸਵਾਰੇ, ਆਪ ਸਵਾਰੇ। ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।